कर लवां। आज है संडे 22 नवंबर 2020 ਤੇ ਕੋਈ ਮੈਨੂੰ ਦੱਸਣਾ ਚਾਹੇਗਾ ਕਿ ਪਿਛਲੇ 2 ਹਫ਼ਤਿਆਂ ਤੋਂ ਅਸੀਂ ਕੀ ਗੱਲਬਾਤ ਚੱਲਣ ਦੀ ਹੈ। ਇਸਨੂੰ ਯਾਦ ਹੈ? हाँ सावर याद है बेटा। ओके जी, की याद है ਤੁਹਾਨੂੰ? ये हमें जब घमंड करके हम दूसरों को ब्लेम देते हैं कि दूसरों की वजह से हमारी खुशियां बर्बाद हो रही हैं, और हम अपने तब्दीली हमें अपने आप से करनी चाहिए और हमें अपने आप को देखना चाहिए। इसके बारे में हम बात कर रहे थे, जो हम अपने जज्बात को कैसे हम कंट्रोल में कर सके, क्योंकि बाइबल कहती है कि हम अपने जज्बात कंट्रोल कर सकते हैं। ਸਹੀ। ਤੇ ਦੀਪਕ ਭਾਈ, ਤੁਹਾਨੂੰ ਯਾਦ ਹੈ ਪਿਛਲੇ ਹਫ਼ਤੇ ਅਸਾਂ ਕੀ ਗੱਲ ਕੀਤੀ ਸੀ? ਐਸੇ ਬਾਰੇ ਇਸ ਟੌਪਿਕ ਤੇ ਗੱਲ ਕੀਤੀ ਆਪਾਂ, ਐਸੇ ਟੌਪਿਕ ਤੇ ਗੱਲ ਚੱਲ ਰਹੀ ਘਮੰਡ ਦੀ। ਜੀ, ਲੇਕਿਨ ਕੋਈ ਖਾਸ ਗੱਲ ਜੋ ਤੁਹਾਨੂੰ ਯਾਦ ਹੈ? ताजिया बोलना चाह रही, चल बोल। हाँ सावल, वो आपने बताया था जैसे कोई भी आपको बुरा भला बोले तो आपको फोकस नहीं उस पे करना, बल्कि अपने खुदा के कलाम पे, मतलब उस पे आपका ध्यान रहेगा तो खुदा के कलाम से आप हट जाओगे, है ना। हाँ, आप बातों की ध्यान नहीं देने की जरूरत, बल्कि खुदा के कलाम में से माफ की जरूरत है ना। जिस गल ते साडा ध्यान होंदा है ना, ऐसी साडी सोचां ने ਉਹ ਬੀਜ ਹੈ ਤੇ ਜੋ ਅਸੀਂ ਬੀਜ ਬੋਵਾਂਗੇ ਤੇ ਸਾਡੀ ਸੋਚਾਂ ਦਾ ਫਲ ਕੀ ਹੋਗਾ? ਸਾਡੇ ਇਮੋਸ਼ਨਸ। ਅਗਰ ਮੈਂ ਚੰਗੀ ਸ਼ੈਵਾਂ ਤੇ ਗੌਰ ਕਰਾਂਗਾ ਤੇ ਸੋਚਾਂਗਾ, ਮੈਂ ਉਹ ਚੰਗੇ ਬੀਜ ਬੋਵਾਂਗਾ ਤੇ ਮੈਂ ਫਲ ਕੀ ਵੱਢਾਂਗਾ? ਹੈ ਨਾ, ਖੁਸ਼ੀ, ਆਨੰਦ। ਲੇਕਿਨ ਅਗਰ ਜੋ ਕਿਸੇ ਨੇ ਮੈਨੂੰ ਦੁੱਖ ਪਹੁੰਚਾਇਆ, ਉਹੀ ਬੀਜ ਮੈਂ ਬੋਂਦਾ ਰਵਾਂ, ਉਹਦੇ ਤੇ ਹੀ ਮੈਂ ਗੌਰ ਕਰਦਾ ਰਵਾਂ, ਜੋ ਮੈਂ ਫਲ ਵੱਢਾਂਗਾ। ਹੈਰਾਨ ਨਹੀਂ ਹੋ ਅਗਰ ਤੁਸੀਂ ਨਾਰਾਜ਼ ਹੋ, ਸ਼ਾਂਤੀ ਨਾ ਹੋਏ, ਹੈ ਨਾ, ਤੁਹਾਨੂੰ ਗੁੱਸਾ ਆਉਂਦਾ ਜਾਏ। ਤੇ ਆਂਟੀ ਕੁਲਵਿੰਦਰ, ਕਿਹੜੀ ਸ਼ੈ ਤੇ ਗੌਰ ਕਰਕੇ ਕਲਾਮ ਕਹਿੰਦਾ ਕਿ ਕਿਹੜੀ ਸ਼ੈ ਤੇ ਅਸੀਂ ਗੌਰ ਕਰੀਏ ਤੇ ਫਿਰ ਅਸੀਂ ਸ਼ਾਂਤੀ ਵੇਖਾਂਗੇ ਆਪਣੀ ਜ਼ਿੰਦਗੀ 'ਚ? ਅਸੀਂ ਕਲਾਮ ਦੀਆਂ ਗੱਲਾਂ ਤੇ ਵੀ ਜਿੱਦਾਂ ਪਰਮੇਸ਼ਰ ਦੇ ਕਲਾਮ ਵਿੱਚ ਲਿਖਿਆ ਹੈ ਕਿ ਸਦਾ ਖੁਸ਼ ਰਹੋ, ਹਨਾ, ਆਨੰਦ ਰਹੋ, ਏਦਾਂ ਲਿਖਿਆ। ਤੇ ਅਸੀਂ ਕਲਾਮ ਪੜ੍ਹਨਾ ਤੇ ਉਹਨਾਂ ਵਾਸਤੇ ਦੁਆ ਪ੍ਰਾਰਥਨਾ ਕਰਨੀ ਆ। ਹਾਂ, ਕਲਾਮ ਤੇ ਜਦੋਂ ਅਸੀਂ ਗੌਰ ਕਰਨੇ ਆ ਖੁਦਾ ਦੀ ਸ਼ੈਵਾਂ ਤੇ, ਹੈ ਨਾ, ਖੁਦਾ ਦੀ ਸ਼ੈਵਾਂ ਤੇ, ਹਾਂ, ਲਿਖਿਆ ਕਿ ਜੋ ਰੂਹਾਨੀ ਮਨਸ਼ਾ ਹੈ ਉਹ ਹੈ ਸ਼ਾਂਤੀ, ਜ਼ਿੰਦਗੀ ਤੇ ਸ਼ਾਂਤੀ। ਹਾਂ, ਜਿੱਦਾਂ ਇੱਕ ਤੁਸੀਂ ਕਿਹਾ ਸੀਗਾ ਕਿ ਬਿਰਿਆਨੀ ਬਣਾਉਣ ਦੀ ਏਦਾਂ ਮਿਸਾਲ ਦਿੱਤੀ ਸੀ, ਹਨਾ। ਹਾਂ, ਤੇ ਤੁਹਾਨੂੰ ਯਾਦ ਹੈ ਅੰਕਲ ਸ਼ਕੀਲ, ਤੁਹਾਨੂੰ ਯਾਦ ਹੈ ਕਿ ਬਿਰਿਆਨੀ ਜੋ ਦੀ ਮਿਸਾਲ ਮੈਂ ਦਿੱਤੀ ਸੀ, ਉਹਦਾ ਕੀ ਸੀ ਮਕਸਦ ਤੇ ਮਤਲਬ ਕੀ ਸੀ? किससे पूछा सावर? अंकल शकील। हाँ जी, इसका मकसद ये है कि आपने वो काम करना है जो आपको खुदा की तरफ से मिलता है। बाकी वो काम किस तरह पूरा होगा वो खुदा खुद पूरा करता है। जैसे आपने अपने मिसाल ये दी थी कि आपकी वालदा ने आपको बोला है, लेकिन ये जिम्मेदारी, ये मतलब जो वो उनको पता है कि इसके एंड में ये सब करने के बाद इसका जो है वो रिजल्ट क्या होगा, तो हमने सिर्फ लिसन करना है, रिजल्ट खुदा देता है हमें। हाँ ना, ते ਅਸੀਂ ਸੋਚ ਕੇ ਫਿਕਰਮੰਦ ਹੋਣਾ, ਹੈ ਨਾ, ਆਪਣੀ ਜ਼ਿੰਦਗੀ ਦੇ ਹਾਲਾਤ। ਸਾਨੂੰ ਪਤਾ ਹੈ ਕਿ ਖੁਦਾ ਹੈ ਜੋ ਜਿਹਨੂੰ ਬਿਰਿਆਨੀ ਬਣਾਉਣੀ ਆਉਂਦੀ ਹੈ, ਸਾਨੂੰ ਨਹੀਂ ਆਉਂਦੀ। ਤੇ ਅਗਰ ਅਸੀਂ ਬਸ ਉਹਦੀ ਗੱਲ ਸੁਣਦੇ ਰਹੀਏ ਕਿ ਇਹ ਖੁਦਾ, ਇਹ ਹੈ ਨਾ, ਕੋਈ ਮਸਲਾ ਹੈ, ਮੈਨੂੰ ਨਹੀਂ ਪਤਾ ਕਿੰਝ ਹੱਲ ਕਰਨਾ ਹੈ, ਲੇਕਿਨ ਮੈਨੂੰ ਪਤਾ ਕਿ ਤੈਨੂੰ ਆਉਂਦਾ ਤੇ ਮੈਂ ਬਸ ਤੇਰੀ ਆਵਾਜ਼ ਸੁਣਦਾ ਰਹਾਂਗਾ, ਹੈ ਨਾ। ਜਦੋਂ ਤੂੰ ਫਿਰ ਮੈਨੂੰ ਕੁਝ ਦੱਸੇਗਾ ਫਿਰ ਮੈਂ ਐਕਸ਼ਨ ਲਵਾਂਗਾ, है ना। मैं ये सोच के परेशान नहीं होवांगा कि एक किंज होएगा, ये कित्थों आएगा, नहीं, मैंने पता तू संभाल लिया। आमीन, सही। ते ये है ना, ये पिछले हफ्ते सी ते दोवें जो हफ्ते ने ਉਹਦਾ ਨਿਚੋੜ ਕੀ ਹੈ ਕਿ ਸਾਡੇ ਇਮੋਸ਼ਨਸ, ਸਾਡੇ ਜੋ ਜਜ਼ਬਾਤ ਨੇ ਉਹ ਸਾਡੇ ਹੱਥ 'ਚ ਨੇ, ਤੇ ਬਹੁਤ ਜੋ ਦੁੱਖ ਤੇ ਨਾਰਾਜ਼ਗੀ ਸਾਡੇ 'ਚ ਹੈ, ਉਹ ਇਹ ਨਹੀਂ ਹੈ ਕਿ ਫਲਾਂ ਨੇ ਇਹ ਆਖਿਆ ਤੇ ਉਹਨੇ ਉਹ ਮੇਰੇ ਨਾਲ ਕੀਤਾ ਸੀ।
ਜ਼ਿਆਦਾਤਰ ਮੈਂ ਕਹਿਣ ਡਿਆ ਜ਼ਿਆਦਾਤਰ ਜੋ ਗੁੱਸਾ ਤੇ ਨਾਰਾਜ਼ਗੀ ਤੇ ਉਦਾਸੀ ਸਾਡੇ 'ਚ ਹੈ ਉਹ ਹੈ ਕਿ ਜਿਵੇਂ ਵੈਲਕਰੋ ਦੇ ਯਾਦ ਹੈ ਮੈਂ ਬਸ ਵਿਖਾਈ ਸੀ ਫੋਟੋ ਉਹਦੇ ਛੋਟੇ ਛੋਟੇ ਕੰਡੇ ਨਿਕਲੇ ਨੇ ਤੇ ਇਸ ਲਈ ਟੈਨਿਸ ਬਾਲ ਚਿਪਕ ਜਾਂਦੀ ਹੈ ਹੈਨਾ ਐਂਡ ਜੀ ਸਾਡੇ 'ਚ ਜਦੋਂ ਸਾਡੇ ਉੱਤੇ ਹੀ ਧਿਆਨ ਹੁੰਦਾ ਹੈ ਆਪਣਾ ਖੁਦ ਹੀ ਹੁੰਦੀ ਹੈ ਬਹੁਤ ਤੇ ਕੋਈ ਕੁਝ ਕਹਿੰਦਾ ਸਾਨੂੰ ਤੇ ਫਿਰ ਚਿਪਕ ਜਾਂਦਾ ਹੈ ਤੇ ਅਸੀਂ ਬਹੁਤ ਦੁੱਖ ਹੀ ਹੁੰਦੇ ਹਾਂ ਤੇ ਉਦਾਸ ਹੁੰਦੇ ਹਾਂ ਲੇਕਿਨ ਫਿਰ ਕਲਾਮ ਸਾਨੂੰ ਦੱਸਦਾ ਹੈ ਕਿ ਕੋਈ ਸ਼ੈਵਾਂ ਨੇ ਜਿਨ੍ਹਾਂ ਤੋਂ ਸਾਨੂੰ ਗੁੱਸਾ ਤੇ ਉਦਾਸੀ ਤੇ ਨਾਰਾਜ਼ਗੀ ਹੋਣੀ ਚਾਹੀਦੀ ਹੈ ਕਲਾਮ ਦੱਸਦਾ ਸਾਨੂੰ ਕਿ ਕੋਈ ਸ਼ੈਵਾਂ ਨੇ ਜਿਨ੍ਹਾਂ ਤੋਂ ਸਾਨੂੰ ਗੁੱਸਾ ਆਉਣਾ ਚਾਹੀਦਾ ਹੈ ਤੇ ਅਗਰ ਨਾ ਆਵੇ ਗੁੱਸਾ ਤੇ ਉਹ ਮਾੜਾ ਹੈ ਅਸੀਂ ਇੱਕ ਆਇਤ ਵੇਖਨੇ ਆ ਇਹ ਹੈ ਜ਼ਬੂਰ 119 ਚ ਜ਼ਬੂਰ 119 ਉਹਦੀ 136 ਆਇਤ ਤੇ ਦੀਪਕ ਭਾਈ ਮਨਜੀਤ ਤੁਸੀਂ ਪੜ੍ਹ ਸਕਦੇ ਹੋ ਪਲੀਜ਼ 136 119 ਦੀ 136 ਆਂਟੀ ਕੁਲਿੰਦਰ ਅਗਰ ਤੁਸੀਂ ਆਪਣਾ ਮਾਈਕ ਮਿਊਟ ਕਰ ਲਓ ਪਲੀਜ਼ ਥੈਂਕ ਯੂ भाई मंजीत थोड़ा माइक शायद म्यूट है आवाज नहीं आती ताड़ी अच्छा 136 पढ़े ਜ਼ਬੂਰ 136 ਜ਼ਬੂਰ 119 ਉਹਦੀ 136 ਆਇਤ ਓਕੇ ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ ਕਿਉਂ ਜੋ ਉਹ ਤੇਰੀ ਵਿਵਸਥਾ ਦੀ ਪਾਲਣਾ ਨਹੀਂ ਕਰਦੀਆਂ ਆਮੀਨ ਅਸੀਂ ਵੇਖਿਆ ਜ਼ਬੂਰ ਲਿਖਣ ਵਾਲਾ ਉਹ ਬਹੁਤ ਉਦਾਸ ਸੀ ਦੁਖੀ ਸੀ ਕਿਉਂ ਕਿਉਂਕਿ ਲੋਕੀ ਖੁਦਾ ਦੇ ਕਲਾਮ ਦੀ ਖੁਦਾ ਦੇ ਹੁਕਮਾਂ ਦੀ ਇੱਜ਼ਤ ਨਹੀਂ ਕਰਦੇ ਤੇ ਨਾਲੇ ਅਸੀਂ ਵੇਖਿਆ ਇਫਸੀਆਂ 4 ਭਾਈ ਮਨਜੀਤ ਅਗਰ ਤੁਸੀਂ ਪੜ੍ਹੋ ਇਫਸੀਆਂ 4 ਅਧਿਆਇ ਉਹਦੀ 26 ਆਇਤ ਇਫਸੀਆਂ 4 ਦੀ 26 ਚ ਕੀ ਲਿਖਿਆ ਮਿਲਿਆ ਭਾਜੀ ਜੀ ਮਿਲ ਗਿਆ ਸਹੀ ਓਕੇ ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ ਨਾ ਤੇ ਇਹ ਸਾਨੂੰ ਦੱਸਦਾ ਕਿ ਗੁੱਸਾ ਕਰਨਾ ਆਪਣੇ ਆਪ 'ਚ ਗੁੱਸਾ ਪਾਪ ਨਹੀਂ ਹੈ ਨਾ ਤੇ ਕੀ ਕਿਹੜੀਆਂ ਸ਼ੈਵਾਂ ਨੇ ਜਿਹਦੇ ਤੇ ਅਸੀਂ ਗੁੱਸਾ ਕਰਨਾ ਤੇ ਨਾਰਾਜ਼ ਹੋਣਾ ਤੇ ਕਿਹੜੀਆਂ ਸ਼ੈਵਾਂ ਨੇ ਜਿਹਦੇ ਤੇ ਆਸਾਨ ਨਹੀਂ ਹੋਣਾ ਬਹੁਤ ਮਸੀਹੀ ਨੇ ਉਹ ਜੋ ਸ਼ੈਵਾਂ ਤੇ ਗੁੱਸਾ ਕਰਦੇ ਨੇ ਉਹਨਾਂ ਤੇ ਨਹੀਂ ਹੋਣਾ ਚਾਹੀਦਾ ਨਾ ਗੁੱਸਾ ਤੇ ਨਾਰਾਜ਼ਗੀ ਤੇ ਫਰਕ ਕੀ ਹੈ ਕੀ ਡਿਟਰਮਿਨ ਨੂੰ ਕੀ ਅਸੀਂ ਕਵਾਂਗੇ ਕਿ ਕਿਹੜੀ ਸ਼ੈ ਹੈ ਜੋ ਡਿਸਾਈਡ ਕਰਦੀ ਹੈ ਜੋ ਡਿਟਰਮਿਨ ਕਰਦੀ ਹੈ ਕਿਹੜੀ ਸ਼ੈ ਹੈ ਜੋ ਦੱਸਦੀ ਹੈ ਕਿ ਤੁਸੀਂ ਕਿਹੜੀ ਸ਼ੈ ਤੋਂ ਤੁਹਾਨੂੰ ਗੁੱਸਾ ਆਏਗਾ ਤੇ ਕਿਹੜੀ ਸ਼ੈ ਤੋਂ ਤੁਹਾਨੂੰ ਗੁੱਸਾ ਨਹੀਂ ਆਏਗਾ ਉਹ ਹੈ ਕਿ ਤੁਸੀਂ ਕਿਹੜੀਆਂ ਸ਼ੈਵਾਂ ਨੂੰ ਕੀਮਤੀ ਸਮਝਦੇ ਹੋ ਕਿਹੜੀ ਸ਼ੈਵਾਂ ਨੂੰ ਤੁਸੀਂ ਬਹੁਤ ਉੱਚਾ ਦਰਜਾ ਦਿੰਦੇ ਹੋ ਆਪਣੀ ਜ਼ਿੰਦਗੀ 'ਚ ਤੇ ਅਸੀਂ ਇਹਦੇ ਬਾਰੇ 'ਚ ਹੀ ਗੱਲ ਕਰਾਂਗੇ ਅੱਜ ਕਿ ਜੋ ਜਿਨ੍ਹਾਂ ਸ਼ੈਵਾਂ ਨੂੰ ਅਸੀਂ ਕੀਮਤੀ ਜਾਣਦੇ ਹਾਂ ਉਹ ਫਿਰ ਦੱਸੇਗਾ ਸਾਨੂੰ ਕਿ ਕਿਹੜੀ ਸ਼ੈ ਸਾਨੂੰ ਖੁਸ਼ੀ ਪਹੁੰਚਾਏਗੀ ਕਿਹੜੀ ਸ਼ੈ ਸਾਨੂੰ ਦੁੱਖ ਪਹੁੰਚਾਏਗੀ ਕਿਹੜੀ ਸ਼ੈ ਸਾਨੂੰ ਗੁੱਸਾ ਪਹੁੰਚਾਏਗੀ ਸਹੀ ਤੇ ਪਹਿਲੇ ਅਸੀਂ ਵੇਖਨੇ ਆ ਯਸੂ ਦੀ ਜ਼ਿੰਦਗੀ ਨੂੰ ਅਸਾਂ ਵੇਖਿਆ ਸੀ ਹਨਾ ਕਿ ਯਸੂ ਦੇ ਖਿਲਾਫ
ਕਿਹੜੀਆਂ ਗੱਲਾਂ ਕਿੰਨੀਆਂ ਗੱਲਾਂ ਆਖੀਆਂ ਗਈ ਸਨ ਨਾ। ਉਹ ਲੋਕਾਂ ਨੂੰ ਸ਼ਿਫਾ ਦੇਣ ਡਿਆ ਸੀ, ਪ੍ਰਚਾਰ ਕਰਨ ਡਿਆ ਸੀ, ਖੁਦਾ ਦਾ ਕੰਮ ਕਰਨ ਡਿਆ ਸੀ, ਲੇਕਿਨ ਫਿਰ ਵੀ ਲੋਕੀ ਉਹਦੇ ਖਿਲਾਫ ਆਂਦੇ ਸੀ ਤੇ ਗਲਤ ਸ਼ੈਵਾਂ ਉਹਦੇ ਬਾਰੇ ਚ ਕਹਿੰਦੇ ਸੀ। ਯਿਸੂ ਨੂੰ ਉਹਨੂੰ ਉਸ ਤੋਂ ਨਹੀਂ ਗੁੱਸਾ ਆਇਆ, ਉਸ ਤੋਂ ਨਹੀਂ ਉਹ ਦੁਖੀ ਹੋਇਆ। ਮੈਂ ਆਖਿਆ ਕਿ ਅਸੀਂ ਕਦੀ ਪੜ੍ਹਿਆ ਕਿ ਉਹ ਆਪਣੇ ਚੇਲਿਆਂ ਨਾਲ ਜਦੋਂ ਇਕੱਲਾ ਹੁੰਦਾ ਸੀ ਦੱਸਦਾ ਸੀ ਕਿ ਤੁਸੀਂ ਸੁਣਿਆ ਅੱਜ ਕੀ ਫਰੀਸੀਆਂ ਨੇ ਆਖਿਆ ਮੇਰੇ ਬਾਰੇ ਚ। ਉਹਨੂੰ ਕੋਈ ਪਰਵਾਹ ਨਹੀਂ ਸੀ। ਲੇਕਿਨ ਅਸੀਂ ਵੇਖਣਾ ਕਿਹੜੀਆਂ ਸ਼ੈਵਾਂ ਤੇ ਉਹਨੂੰ ਗੁੱਸਾ ਆਉਂਦਾ ਸੀ। ਤੇ ਜਿਸ ਸ਼ੈ ਜਿਵੇਂ ਮੈਂ ਆਖਿਆ ਜੋ ਤੁਹਾਨੂੰ ਗੁੱਸਾ ਪਹੁੰਚਾਏ, ਜੋ ਤੁਹਾਨੂੰ ਖੁਸ਼ੀ ਪਹੁੰਚਾਏ, ਉਹ ਵਿਖਾਉਂਦਾ ਕਿ ਤੁਸੀਂ ਕਿਹੜੀਆਂ ਸ਼ੈਵਾਂ ਨੂੰ ਬਹੁਤ ਕੀਮਤੀ ਸਮਝਦੇ ਹੋ ਆਪਣੀ ਜ਼ਿੰਦਗੀ 'ਚ। ਅਸੀਂ ਵੇਖਣਾ 4 ਗੱਲਾਂ, ਸਿਰਫ ਇਹ ਇਕੱਲੀ 4 ਨਹੀਂ ਸ਼ੈਵਾਂ, ਲੇਕਿਨ ਜਦੋਂ ਮੈਂ ਬੈਠਿਆ ਕਲਾਮ ਪੜ੍ਹਨ ਲਈ, ਮੈਸੇਜ ਤਿਆਰ ਕਰਨ ਲਈ, ਇਹਦੇ ਤੇ ਮੈਂ ਗੌਰ ਕਰਨ ਡਿਆ ਸੀ ਤੇ ਇਹ 4 ਗੱਲਾਂ ਤੁਹਾਨੂੰ ਮੈਨੂੰ ਵਿਖਾਈਆਂ। 4 ਗੱਲਾਂ ਜੋ ਜਿਨ੍ਹਾਂ ਦੇ ਦੁਆਰਾ ਯਿਸੂ ਨੂੰ ਬਹੁਤ ਗੁੱਸਾ ਆਇਆ। ਜਿਸ ਕਿਸਮ ਦਾ ਗੁੱਸਾ ਕਾਫੀ ਦਫਾ ਸਾਨੂੰ ਆਉਂਦਾ ਹੈ ਲੋਕਾਂ ਦੀ ਗੱਲਾਂ ਤੋਂ, ਉਹ ਗੁੱਸਾ ਯਿਸੂ ਨੂੰ ਕਿਸੇ ਹੋਰ ਸ਼ੈ ਤੇ ਆਇਆ। ਪਹਿਲੀ ਗੱਲ ਅਸੀਂ ਅਗਰ ਵੇਖੀਏ ਮੱਤੀ ਉਹਦਾ 11 ਅਧਿਆਇ ਤੇ ਆਂਟੀ ਕੁਲਿੰਦਰ ਅਗਰ ਤੁਸੀਂ ਪੜ੍ਹੋ ਮੱਤੀ 11 ਅਧਿਆਇ ਉਹਦੀ 15 ਤੋਂ 17 ਆਇਤ। ਆਮੇਨ। ਜਿਹਦੇ ਸੁਣਨ ਦੇ ਕੰਨ ਹੋਣ। नहीं सॉरी, मत्ती नहीं, मरकस। मैं लिखा है मरकस, लेकिन पता नहीं मत्ती क्यों पढ़ लिया मैं। मरकस 11। हाँ, मरकस ਉਹਦਾ 11 ਅਧਿਆਇ ਉਹਦੀ 15 ਤੋਂ 17 ਆਇਤ। ਆਮੇਨ। ਉਹ ਯਰੂਸ਼ਲਮ ਵਿੱਚ ਆਏ ਔਰ ਉਹ ਹੈਂਕਲ ਵਿੱਚ ਜਾ ਕੇ ਉਹਨਾਂ ਨੂੰ ਜਿਹੜੇ ਹੈਂਕਲ ਵਿੱਚ ਵੇਚਦੇ ਔਰ ਮੁੱਲ ਲੈਂਦੇ ਸਨ ਕੱਢਣ ਲੱਗਾ ਅਤੇ ਸਰਾਫਾਂ ਦੇ ਤਖਤਪੋਸ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ ਔਰ ਕਿਸੇ ਨੂੰ ਹੈਂਕਲ ਵਿੱਚੋਂ ਦੀ ਭਾਂਡਾ ਲੈ ਕੇ ਲੰਘਣ ਨਾ ਦਿੱਤਾ ਅਤੇ ਉਹਨਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ ਕਿ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ, ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ। ਆਮੇਨ। ਤੇ ਆਂਟੀ ਕੁਲਿੰਦਰ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕਿਹੜੀ ਗੱਲ ਤੋਂ ਯਿਸੂ ਨੂੰ ਗੁੱਸਾ ਆਇਆ? ਕਿ ਉਹ ਵੇਚਣ ਲੱਗੇ ਸੀ ਉੱਥੇ ਕਬੂਤਰ ਆਉਂਦੀਆਂ ਜਿੱਦਾਂ ਉਹ ਸ਼ੈਮਾ ਵੇਚਦੇ ਸੀਗੇ ਜਿੱਦਾਂ ਹਨਾ ਉਹ। ਬਲ ਸੱਚ ਤੇ ਇਹ ਹੈ ਕਿ ਲੋਕਾਂ ਦੇ ਵੇਚਣ ਨਾਲ ਯਿਸੂ ਨੂੰ ਕੋਈ ਪ੍ਰੋਬਲਮ ਨਹੀਂ ਸੀ। ਹਾਂ, ਉਹਨੂੰ ਉਸ ਤੋਂ ਗੁੱਸਾ ਆਇਆ ਕਿਉਂਕਿ ਲੋਕੀ ਤੇ ਮਾਰਕੀਟ 'ਚ ਵੀ ਲੋਕੀ ਵੇਚਣ ਦੇ ਸੀ ਤੇ ਇੱਥੇ ਜਿਹੜੀ ਸੀ ਕਿ ਖੁਦਾ ਦੇ ਘਰ 'ਚ ਵੇਚ ਰਹੇ ਸਨ, ਇਬਾਦਤਖਾਨੇ ਦੇ ਵਿੱਚ ਵੇਚ ਰਹੇ ਸਨ, ਇਸ ਗੱਲ ਤੋਂ ਗੁੱਸਾ ਆਇਆ ਸੀ। ਸਹੀ। ਤੇ ਸ਼ਕੀਲ ਫਿਰ ਇਹ ਕੀ ਦੱਸਦਾ ਸਾਨੂੰ ਕਿ ਕਿਹੜੀ ਸ਼ੈ ਯਿਸੂ ਬਹੁਤ ਕੀਮਤੀ ਸਮਝਦਾ ਸੀ? ਮਤਲਬ ਜਿਹੜਾ ਖੁਦਾ ਦਾ ਘਰ ਹੈ, ਜਿਹੜੀ ਇਬਾਦਤ ਦੀ ਜਗ੍ਹਾ ਹੈ, ਉਹਦੀ ਰਿਸਪੈਕਟ ਬਹੁਤ ਵੱਡੀ ਹੋਣੀ ਚਾਹੀਦੀ ਹੈ। ਇਸ ਚੀਜ਼ ਦੀ ਗੈਰਤ ਹੋਣੀ ਚਾਹੀਦੀ ਸਾਡੇ ਦਿਲ 'ਚ, ਸਾਡੀ ਫੈਮਲੀਆਂ ਦੇ ਦਿਲ 'ਚ, ਕਿ ਬਈ ਉਸ ਚੀਜ਼ ਨੂੰ ਅਸੀਂ ਪਿਓਰਿਟਾਈਜ਼ ਕਰੀਏ ਹਰ ਚੀਜ਼ ਤੋਂ ਵੱਧ ਕੇ। ਜੀ ਬਿਲਕੁਲ, ਹੈ ਨਾ। ਅਸੀਂ ਵੇਖਨੇ ਆ ਕਿ ਮੈਂ ਆਖਿਆ ਕਿ ਯਿਸੂ ਨੂੰ ਇਸ ਤੋਂ ਨਹੀਂ ਗੁੱਸਾ ਆਉਂਦਾ ਸੀ ਕਿ ਲੋਕੀ ਇਹਦੇ ਖਿਲਾਫ ਗੱਲਾਂ ਕਰਦੇ ਸੀ, ਲੇਕਿਨ ਖੁਦਾ ਦੀ ਇੱਜ਼ਤ ਦੇ ਖਿਲਾਫ ਕੁਝ ਹੋਇਆ ਤੇ ਅਸੀਂ ਵੇਖਣਾ ਕਿੰਨਾ ਉਹਨੂੰ ਗੁੱਸਾ ਆ ਗਿਆ। ਇਹ ਵਿਖਾਉਂਦਾ ਸਾਨੂੰ ਕਿ ਯਿਸੂ ਖੁਦਾ ਨੂੰ ਆਪਣੀ ਜ਼ਿੰਦਗੀ 'ਚ ਬਹੁਤ ਕੀਮਤੀ ਜਾਣਦਾ ਸੀ, ਕਿਉਂਕਿ ਜੋ ਸ਼ਾਇਦ ਤੁਸੀਂ ਬਹੁਤ ਕੀਮਤੀ ਸਮਝਦੇ ਹੋ, ਤੁਸੀਂ ਬਹੁਤ ਕੀਮਤੀ ਜਾਣਦੇ ਹੋ, ਜਦੋਂ ਕੋਈ ਉਸ ਸ਼ੈ ਦੇ ਖਿਲਾਫ ਆਏ ਨਾ। ਅਗਰ ਮੈਂ ਆਪਣੇ ਫੋਨ ਨੂੰ ਬਹੁਤ ਕੀਮਤੀ ਸਮਝਣਾ, ਅਗਰ ਮੰਮੀ ਆਏ ਇਹਨੂੰ ਮਾਰਨ ਦੀ ਕੋਸ਼ਿਸ਼ ਕਰੇ, ਮੈਨੂੰ ਗੁੱਸਾ ਆਏਗਾ ਨਾ, ਮੈਂ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ। ਐਂਜੇ ਜੋ ਯਿਸੂ ਬਹੁਤ ਕੀਮਤੀ ਸਮਝਦਾ ਸੀ, ਯਿਸੂ ਆਪਣੀ ਇੱਜ਼ਤ ਉਹ ਨਹੀਂ ਕੀਮਤੀ ਸਮਝਦਾ ਸੀ। ਅਸੀਂ ਕਿਉਂ ਬਹੁਤ ਮਸੀਹੀ ਵੀ ਇਹਨੇ ਕਿਉਂ ਨਾਰਾਜ਼ ਹੁੰਦੇ ਨੇ, ਗੁੱਸਾ ਨਾਰਾਜ਼ਗੀ ਕਿਉਂ ਹੈ? ਕਿਉਂਕਿ ਆਪਣੀ ਇੱਜ਼ਤ ਨੂੰ ਬਹੁਤ ਉੱਚਾ ਦਰਜਾ ਦਿੰਦੇ ਨੇ ਆਪਣੀ ਜ਼ਿੰਦਗੀ 'ਚ। ਯਿਸੂ ਆਪਣੀ ਇੱਜ਼ਤ ਨੂੰ ਉੱਚਾ ਦਰਜਾ ਨਹੀਂ ਦਿੰਦਾ ਸੀ, ਲੇਕਿਨ ਖੁਦਾ ਉਹਦੀ ਜ਼ਿੰਦਗੀ 'ਚ ਬਹੁਤ ਉੱਚਾ ਸੀ। ਹਨ ਤੇ ਇਹ ਹੈ ਪਹਿਲੀ ਗੱਲ ਜੋ ਅਸੀਂ ਵੇਖਦੇ ਹਾਂ ਜਿਹਦੇ ਦੁਆਰਾ ਯਿਸੂ ਨੂੰ ਬਹੁਤ ਗੁੱਸਾ
ਆਇਆ ਉਹ ਕੀ ਸੀ ਜਦੋਂ ਖੁਦਾ ਦੀ ਇੱਜ਼ਤ ਦੇ ਖਿਲਾਫ ਕੁਝ ਹੋਇਆ। ਇਹ ਵਿਖਾਉਂਦਾ ਕਿ ਖੁਦਾ ਦੀ ਇੱਜ਼ਤ ਉਹ ਬਹੁਤ ਕੀਮਤੀ ਜਾਣਦਾ ਸੀ। ਅਸੀਂ ਵੇਖਦੇ ਹਾਂ ਇੱਕ ਹੋਰ ਕਿਹੜੀ ਸ਼ੈ ਤੋਂ ਯਿਸੂ ਨੂੰ ਬਹੁਤ ਗੁੱਸਾ ਆਇਆ। ਬਚਪਨਾ ਅਗਰ ਤੁਸੀਂ ਪੜ੍ਹੋ ਮਰਕਸ ਉਹਦਾ 12 ਅਧਿਆਇ, ਇਹਦੇ ਥੋੜੇ ਅੱਗੇ ਹੀ ਹੈ। ਹਾਂ, ਮਰਕਸ 12 ਉਹਦੀ 38 ਤੋਂ 40 ਆਇਤ। सावल कौन सा बेटा? 12 अध्याय मरकस, जी। सॉरी। सॉरी बेटा, वेट करना पर सॉरी कोई नहीं। निकाल। हाँ जी। 12 के कितने बेटा? 12 ਦੀ 38 ਤੋਂ 40 ਆਇਤ। 38 ਤੋਂ 40। और ये वाला, और फकीरों में से एक ने नहीं, मरकस 12 38 to 40। अच्छा सॉरी, ये इधर। हाँ, फिर उसने अपनी तालीम में कहा कि फकीरों से खबरदार रहो, जो लंबे लंबे जामे पहनकर फिरना और बाजारों में सलाम और इबादत खानों में आला दर्जे की कुर्सियों और ज़ियाफ़तों में सदर नशीनी चाहते हैं, और वो बेवों के घरों को दबा बैठते हैं और दिखावे के लिए खुद को दिखावे के लिए नमाज को तूल देते हैं। इन्हीं को ज्यादा सजा मिलेगी। आमीन। ਤੇ ਬਾਜੀ ਇੱਥੇ ਅਸੀਂ ਵੇਖ ਸਕਦੇ ਹਾਂ ਕਿ ਯਿਸੂ ਨਾਰਾਜ਼ ਹੋਣ ਡਿਆ, ਨਾ ਉਦਾਸ ਹੈ, ਥੋੜਾ ਗੁੱਸਾ ਵੀ ਹੈ। ਤੇ ਕੀ ਵਜ੍ਹਾ? वो फक्की फरीसी जो लंबे लंबे चोगे पहन के ना, और अपने आप को बहुत ज्यादा सुपीरियर जानते हैं और चाहते हैं कि उन्हें अच्छी जगह पे बिठाया जाए, उन्हें हर कोई उनकी इज्जत करे। तो जो और बेवों के जो वहां की हैं उनके घरों को मसलन के करते थे, उनका जो हक होता था वो अदा नहीं करते थे, तो इसलिए जीसस को दुख हो रहा था ना। ਹਾਂ फक्की फरीसियों का जो एटीट्यूड था उनकी वजह से। ਜੀ, ਹਨਾ। ਅਸੀਂ ਇੱਥੇ 2-3 ਸ਼ੈਵਾਂ ਕਹਿ ਸਕਦੇ ਹਾਂ। ਇੱਕ ਗੱਲ ਜੋ ਮੈਂ ਗੌਰ ਮੇਰਾ ਜਾਂਦਾ ਸਿੱਧਾ ਹੈ ਕਿ ਜੋ ਨਾ ਇਨਸਾਫੀ, ਉਸ ਤੋਂ ਯਿਸੂ ਨਾਰਾਜ਼ ਹੁੰਦਾ ਸੀ ਕਿ ਉਹ ਜੋ ਬੇਵਾ ਜੋ ਹੁੰਦੀ ਸੀ, ਜਿੱਦਾਂ ਕੋਈ ਸਪੋਰਟ ਨਹੀਂ ਹੁੰਦਾ ਸੀ, ਹਨਾ, ਜਿੱਦਾਂ ਕੋਈ ਹੈਲਪ ਨਹੀਂ, ਆਪਣੇ ਆਪ ਦੀ ਸਪੋਰਟ ਤੇ ਨਹੀਂ ਕਰ ਸਕਦੀ ਸੀ, ਹਨਾ। ਤੇ ਜੋ ਫਰੀਸੀ ਸਨ ਉਹ ਪਿਆਰ ਨਹੀਂ ਵਿਖਾਉਂਦੇ ਸੀ, ਉਹ ਰਹਿਮ ਨਹੀਂ ਵਿਖਾਉਂਦੇ ਸੀ, ਨਾ ਇਨਸਾਫੀ ਹੁੰਦੀ ਸੀ, ਤੇ ਯਿਸੂ ਉਸ ਤੋਂ ਖੁਸ਼ ਨਹੀਂ ਸੀ। ਤੇ ਇਹ ਵਿਖਾਉਂਦੇ ਕਿ ਜੋ ਸ਼ੈਵਾਂ ਯਿਸੂ ਨੂੰ ਗੁੱਸਾ ਤੇ ਦੁਖੀ ਕਰਦੇ ਸਨ, ਉਹ ਕੀ ਸਨ? ਜਦੋਂ ਲੋਕਾਂ, ਹਨਾ, ਜਦੋਂ ਨਾ ਇਨਸਾਫੀ ਹੁੰਦੀ ਸੀ, ਦੁੱਖ ਹੁੰਦਾ ਸੀ ਲੋਕਾਂ ਤੇ। ਰਾਮਦੀਪ ਭਾਈ, ਅਸੀਂ ਬਸ ਇਹ ਵੇਖਣ ਡਿਆ ਕਿ ਲਾਡੀ ਭਾਈ, ਹਾਂ, ਕਿ ਅਸੀਂ ਇਹ ਵੇਖਣ ਡਿਆ ਕਿ ਹਨਾ, ਜੋ ਅਸੀਂ ਜਿਹੜੀ ਸ਼ੈਵਾਂ ਨੂੰ ਅਸੀਂ ਕੀਮਤੀ ਬਹੁਤ ਸਮਝਦੇ ਹਾਂ, ਜਿਹੜੀ ਸ਼ੈਵਾਂ ਨੂੰ ਅਸੀਂ ਉੱਚਾ ਦਰਜਾ ਦਿੰਦੇ ਆਪਣੀ ਜ਼ਿੰਦਗੀ 'ਚ, ਉਹ ਸਾਨੂੰ ਦੱਸਦੀਆਂ ਨੇ ਤੇ ਵਿਖਾਉਂਦੀਆਂ ਨੇ ਕਿ ਕਿਹੜੀ ਸ਼ੈ ਤੋਂ ਸਾਨੂੰ ਗੁੱਸਾ ਆਏਗਾ ਤੇ ਕਿਹੜੀ ਸ਼ੈ ਤੋਂ ਸਾਨੂੰ ਖੁਸ਼ੀ ਆਏਗੀ, ਹਨਾ। ਅਸੀਂ ਗੱਲ ਕਰਨ ਡਿਆ ਪਿਛਲੇ 2 ਹਫ਼ਤਿਆਂ ਤੋਂ ਕਿ ਸਾਡੀ ਜੋ ਜਜ਼ਬਾਤ ਨੇ, ਜੋ ਸਾਨੂੰ ਬਹੁਤ ਗੁੱਸਾ, ਨਾਰਾਜ਼ਗੀ ਹੁੰਦੀ ਹੈ, ਬਹੁਤ ਦਫਾ ਉਹ ਦੂਜੇ ਲੋਕੀ ਪ੍ਰੋਬਲਮ ਨਹੀਂ ਆ, ਸਾਡੀ ਜੋ ਖੁਦ ਹੀ ਹੈ ਉਹ ਹੈ ਪ੍ਰੋਬਲਮ। ਤੇ ਅਸੀਂ ਵੇਖਣੇ ਕਿ ਕਿਹੜੀ ਸ਼ੈਵਾਂ ਸਨ ਜਿਨ੍ਹਾਂ ਦੇ ਦੁਆਰਾ ਯਿਸੂ ਬਹੁਤ ਦੁਖੀ ਹੁੰਦਾ ਸੀ ਤੇ ਉਦਾਸ ਹੁੰਦਾ ਸੀ ਤੇ गुस्सा आंदा सी। सावल, मैं कुछ ऐड करूं इसमें, अगर माइंड ना आप करो तो? हाँ जी, ऐड कर। जो है कि रॉन्ग यूज ऑफ अथॉरिटीज जो आप करते हो आजकल भी, जो ये आपको पता है कि यूके में बहुत सारे लोग खुदा के घरों में क्यों नहीं जाते? क्योंकि वहां पे ये सिस्टम था, और ये पहले भी था, कि लोग जो हैं वहां पे उन्होंने एक अपनी अथॉरिटीज बना ली हुई थी। जैसे जो बड़े लोग हैं वो अगली सीटों पे बैठेंगे, जो छोटे लोग हैं वो पीछे बैठेंगे। तो रॉन्ग यूज ऑफ अथॉरिटीज खुदा को वो पसंद नहीं थी, और यही फरीसी वहां पे
कर रहे थे कि अपने ओहदों का गलत इस्तेमाल कर रहे थे। तो ये आज भी होता है चर्चेस में, क्योंकि हर चर्च के अंदर जो है वो हर छोटा क्या बड़ा क्या, क्योंकि खुदावंद का कलाम कहता है कि यूहन्ना बपतिस्मा देने वाले से बड़ा कोई नहीं, लेकिन जो खुदा की नजर में छोटा है वो उससे भी बड़ा है। तो इसलिए इन चीजों को देखते हुए खुदा को गुस्सा आया, और यही आज हमें भी देखना है कि क्या हमारे ऐसे करने से किसी को कोई दुख तो नहीं होता? क्या हम हर किसी को प्योरिटाइज करते हैं? मैं अपने चर्च की बात नहीं कर रहा, लेकिन मैं मेजोरिटी जो चर्चेस में ये है कि एक उन्होंने एक अपना वो बना लिया हुआ है कि जैसे एक ओहदे बन चुके हुए हैं, और वही लोग उन चीजों पे अथॉरिटीज रखते हैं। तो बस मेरे दिल में आ रहा था, तो मैं ये ऐड करना चाह रहा था। थैंक यू। ਥੈਂਕ ਯੂ ਅੰਕਲ ਜੀ ਕਮੈਂਟ ਲਈ ਨਾ, ਇਹ ਸਹੀ ਗੱਲ ਹੈ। ਤੇ ਅਸੀਂ ਵੇਖਣਾ ਯਸੂ ਨੂੰ ਕਿਹੜੀ ਸ਼ੈ ਦੇ ਦੁਆਰਾ ਯਸੂ ਨੂੰ ਗੁੱਸਾ ਆਉਂਦਾ ਸੀ ਕਿ ਜਦੋਂ ਨਾ ਇਨਸਾਫੀ ਹੁੰਦੀ ਸੀ, ਜਦੋਂ ਇੰਜੇ ਹੁੰਦਾ ਸੀ ਹਨਾ ਕੰਮ, ਜਦੋਂ ਰਿਲੀਜੀਅਸ ਜੋ ਲੀਡਰ ਸਨ ਜਿਨ੍ਹਾਂ ਨੂੰ ਕੰਮ ਦਿੱਤਾ ਗਿਆ ਸੀ ਕਿ ਰਹਿਮ ਵਿਖਾਣਾ ਹੈ ਨਾ, ਪਿਆਰ ਵਿਖਾਣਾ ਹੈ ਲੋਕਾਂ ਨੂੰ, ਉਹ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਉਂਦੇ ਸੀ। ਤੇ ਇਹ ਵਿਖਾਉਂਦਾ ਕਿ ਯਸੂ ਜੋ ਹੈ ਉਹ ਲੋਕਾਂ ਨੂੰ, ਉਹ ਜੋ ਯਤੀਮ ਨੇ ਉਹਨਾਂ ਨੂੰ ਬਹੁਤ ਕੀਮਤੀ ਸਮਝਦਾ ਸੀ। ਇਸ ਲਈ ਜਦੋਂ ਕੋਈ ਉਹਨਾਂ ਦੇ ਖਿਲਾਫ ਆਉਂਦਾ ਸੀ ਤੇ ਯਸੂ ਨੂੰ ਗੁੱਸਾ ਆ ਗਿਆ। ਇੱਕ ਹੋਰ ਸ਼ੈ ਜਿਹਦੇ ਦੁਆਰਾ ਯਸੂ ਖੁਸ਼ ਨਹੀਂ ਹੁੰਦਾ ਸੀ, ਨਾਰਾਜ਼, ਗੁੱਸਾ ਉਹਨੂੰ ਆਉਂਦਾ ਸੀ। ਲਾਡੀ ਭਾਈ, ਅਗਰ ਤੁਸੀਂ ਵੇਖੋ ਮਰਕਸ ਦੀ ਇੰਜੀਲ कौन सा अध्याय खोल लिया? ਉਹਦਾ 9 ਅਧਿਆਇ। ਮਰਕਸ ਦੀ ਇੰਜੀਲ ਉਹਦਾ 9 ਅਧਿਆਇ, कौन सी आयत? ਉਹਦੀ 16 ਤੋਂ 19 ਆਇਤ। ਮੈਂ ਦੱਸ ਦਵਾਂ ਕਿ ਕੀ ਹੋਣ ਡਿਆ ਇੱਥੇ। ਯਸੂ ਹੁਣੀ ਪਹਾੜ ਤੋਂ ਆਇਆ ਥੱਲੇ ਚੇਲਿਆਂ ਨਾਲ, ਤੇ 3 ਚੇਲਿਆਂ ਨਾਲ ਉੱਤੇ ਗਿਆ ਸੀ, ਤੇ ਵਾਪਸ ਜਦੋਂ ਆਇਆ ਥੱਲੇ ਤੇ ਬਾਕੀ ਜਿਹੜੇ ਚੇਲੇ ਸਨ, ਬਾਕੀ ਕਿੰਨੇ ਬਚੇ? 9 ਚੇਲੇ, ਉਹ ਉਹਨਾਂ ਦੇ ਇਰਦ ਗਿਰਦ ਹਜੂਮ ਇਕੱਠਾ ਹੋਇਆ ਸੀ। ਤੇ ਲਾਡੀ ਭਾਈ ਤੁਸੀਂ ਪੜੋਗੇ ਕੀ ਹੋਇਆ ਸੀ? ਤਦ ਉਸਨੇ ਉਹਨਾਂ ਨੂੰ ਪੁੱਛਿਆ, ਤੁਸੀਂ ਇਹਨਾਂ ਨਾਲ ਕੀ ਝਗੜਾ ਕਰਦੇ ਹੋ? ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤਰ ਜਿਹਨੂੰ ਗੂੰਗੀ ਰੂਹ ਚੰਬੜੀ ਹੋਈ ਹੈ ਤੇਰੇ ਕੋਲ ਲਿਆਇਆ, ਔਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ, ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਹੈ। ਔਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਉਸ ਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਹੈ ਬੇਪ੍ਰਤੀਤਿਓ, ਪੀੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ, ਕਦ ਤੋੜੀ ਤੁਹਾਡੀ ਸਹਾਂਗਾ, ਉਹਨੂੰ ਮੇਰੇ ਕੋਲ ਲਿਆਓ। ਆਮੀਨ। ਤੇ ਦੀਪਕ ਭਾਈ, ਮਤਲਬ ਲਾਡੀ ਭਾਈ, ਤੁਸੀਂ ਕੀ ਕਹੋਗੇ ਕਿ ਕਿਹੜੀ ਸ਼ੈ ਤੋਂ ਯਸੂ ਨਾਰਾਜ਼ ਹੋਇਆ, ਕਿਹੜੀ ਸ਼ੈ ਤੋਂ ਉਹਨੂੰ ਗੁੱਸਾ ਆਇਆ? ਇਹ ਜਦੋਂ ਗੂੰਗੀ ਰੂਹ ਚਮੜੀ ਸੀ, ਜਦੋਂ ਇਹ ਕਿਸੇ ਗਾਉਂ ਚ ਗਏ ਸੀ, ਤੇ ਉਦੋਂ ਇਹਦੇ ਚੇਲਿਆਂ ਕੋਲ ਨਿਕਲੀ ਸੀ, ਤੇ ਯਿਸੂ ਮਸੀਹ ਨੇ ਕਿਹਾ ਸੀ ਕਿ ਬੇਪ੍ਰਤੀਤ ਵਾਲਿਓ, ਤੁਸੀਂ, ਤੁਹਾਡਾ ਵਿਸ਼ਵਾਸ ਕਿੱਥੇ ਗਿਆ ਵਾ? ਜੇ ਤੁਸੀਂ ਵਿਸ਼ਵਾਸ ਤੁਹਾਡਾ ਪੂਰਾ ਹੁੰਦਾ ਤੇ ਤੁਸੀਂ ਇਹਨੂੰ ਕੱਢ ਸਕਦੇ। ਉਹਨੂੰ ਇਸ ਗੱਲੋਂ ਗੁੱਸਾ ਆਇਆ ਸੀ। ਤੇ ਈਮਾਨ ਦੀ ਕਮੀ ਨਾ, ਈਮਾਨ ਦੀ ਕਮੀ, ਵਿਸ਼ਵਾਸ ਦੀ ਕਮੀ, ਜੋ ਸ਼ੱਕ ਹੈ ਉਸ ਤੋਂ, ਖੁਦਾ ਤੇ ਈਮਾਨ ਦੀ ਕਮੀ, ਉਸ ਤੋਂ ਯਸੂ ਨੂੰ ਦੁੱਖ ਹੋਇਆ, ਉਸ ਤੋਂ ਉਹਨੂੰ ਗੁੱਸਾ ਆਇਆ ਨਾ। ਤੇ ਅਸੀਂ ਵੇਖਨੇ ਵਾਪਸ ਖੁਦਾ, ਇਹਦੇ 'ਚ ਕਾਫੀ ਸ਼ੈਵਾਂ ਹੋ ਸਕਦੀਆਂ ਨੇ, ਲੇਕਿਨ ਅਸੀਂ ਵੇਖਨੇ ਖੁਦਾ ਯਸੂ ਉਹ ਖੁਦਾ ਦੀ ਇੱਜ਼ਤ ਬਹੁਤ ਉੱਚਾ ਰੱਖਦਾ ਸੀ, ਕਿਉਂਕਿ ਜਦੋਂ ਕੋਈ ਯਸੂ ਤੇ ਖੁਦਾ ਤੇ ਈਮਾਨ ਨਹੀਂ ਰੱਖਣ ਡਿਆ, ਸ਼ੱਕ ਕਰਦਾ ਖੁਦਾ ਤੇ, ਜਿਵੇਂ ਚੇਲੇ ਕਰਨ ਦੇ ਸੀ ਇੱਥੇ, ਕਿਉਂਕਿ ਇੰਜ ਨਹੀਂ ਸੀ ਕਿ ਖੁਦਾ ਦੀ ਮਰਜ਼ੀ ਨਹੀਂ ਸੀ ਬੱਚੇ ਨੂੰ ਸ਼ਿਫਾ ਦੇਣਾ, ਲੇਕਿਨ ਉਹਨਾਂ ਦੇ ਦਿਲ 'ਚ ਸ਼ੱਕ ਸੀ, ਚੇਲਿਆਂ ਦੇ ਈਮਾਨ ਦੀ ਕਮੀ ਸੀ। ਤੇ ਜਦੋਂ ਈਮਾਨ ਦੀ ਕਮੀ ਹੁੰਦੀ ਹੈ ਤੇ ਖੁਦਾ ਦੀ ਇੱਜ਼ਤ ਦਾ ਇਹ ਸਵਾਲ ਹੈ ਨਾ, ਕਿਉਂਕਿ ਉਹ ਕਹਿੰਦੇ ਸੀ ਕਿ ਹਨਾ ਖੁਦਾ ਦੀ ਇੱਜ਼ਤ ਨੂੰ ਥੱਲੇ ਕਰਨ ਦੇ ਸੀ, ਤੇ ਯਸੂ ਨੂੰ ਗੁੱਸਾ ਆਇਆ ਇਸ ਗੱਲ ਤੋਂ। ਤੇ ਅਸੀਂ ਵੇਖਦੇ ਹਾਂ 3 ਗੱਲਾਂ ਹਾਲ ਤੱਕ ਜਿਨ੍ਹਾਂ ਤੋਂ ਯਸੂ ਗੁੱਸਾ ਹੋਇਆ, ਉਹਨੂੰ ਗੁੱਸਾ ਆਇਆ, ਨਾਰਾਜ਼ ਹੋਇਆ। ਹਾਲੇ ਤੱਕ ਅਸਾਂ ਇਹ ਨਹੀਂ ਵੇਖਿਆ ਕਿ
ਕਿਸੇ ਨੇ ਜੋ ਉਹਦੇ ਖਿਲਾਫ ਕੋਈ ਗੱਲ ਕੀਤੀ, ਜਦੋਂ ਕਿਸੇ ਨੇ ਆਖਿਆ ਕਿ ਤੂੰ ਇੰਝ ਹੈ ਤੇ ਤੂੰ ਇੰਝ ਹੈ, ਕਿ ਤੂੰ ਪਾਗਲ ਜਿਹਾ ਹੈ ਹਨਾ, ਤੇ ਤੂੰ ਸਾਮਰੀ ਹੈ ਤੇ ਬੁੱਤ ਤੈਨੂੰ ਚਮੜੇ ਨੇ ਹਨਾ, ਉਸ ਤੋਂ ਨਹੀਂ ਨਾਰਾਜ਼ ਹੋਇਆ, ਉਸ ਤੋਂ ਨਹੀਂ ਗੁੱਸਾ ਆਇਆ, ਕਿਉਂਕਿ ਉਹ ਆਪਣੇ ਆਪ ਨੂੰ, ਆਪਣੀ ਇੱਜ਼ਤ ਨੂੰ ਬਹੁਤ ਉੱਚਾ ਨਹੀਂ ਰੱਖਦਾ ਸੀ। ਲੇਕਿਨ ਅਸਾਂ ਵੇਖਿਆ ਪਹਿਲੀ ਗੱਲ ਕਿ ਖੁਦਾ ਦੀ ਜੋ ਇੱਜ਼ਤ ਸੀ ਉਹਨੂੰ ਬਹੁਤ ਉੱਚਾ ਕਰਦਾ ਸੀ, ਤੇ ਜਦੋਂ ਉਹਦੇ ਖਿਲਾਫ ਕੋਈ ਸ਼ੈ ਆਈ ਉਹਨੂੰ ਗੁੱਸਾ ਆ ਗਿਆ। ਉਹਦੇ ਇਲਾਵਾ ਲੋਕਾਂ ਨੂੰ ਬਹੁਤ ਜੋ ਪਿਆਰ ਕਰਦਾ ਸੀ ਲੋਕਾਂ ਨੂੰ ਨਾ, ਉਹਨਾਂ ਨੂੰ ਬਹੁਤ ਇੱਜ਼ਤ ਮਤਲਬ ਉਹਨਾਂ ਨੂੰ ਬਹੁਤ ਕੀਮਤੀ ਜਾਣਦਾ ਸੀ। ਤੇ ਜਦੋਂ ਫਰੀਸੀ ਹਨਾ ਬੇਇਨਸਾਫੀ ਕਰਦੇ ਸੀ, ਉਸ ਤੋਂ ਉਹਨੂੰ ਗੁੱਸਾ ਆਇਆ। ਅਸੀਂ ਵੇਖਦੇ ਹਾਂ ਕਿ ਬੇਪਰਤੀਤ ਜੋ ਹੈ ਉਸ ਤੋਂ ਯਿਸੂ ਨੂੰ ਗੁੱਸਾ ਆਇਆ। ਤੇ ਇੱਕ ਆਖਰੀ ਗੱਲ ਅਸੀਂ ਵੇਖਦੇ ਹਾਂ, ਇਹ ਹੈ ਲੂਕਾ 7 ਅਧਿਆਇ 'ਚ। ਤੇ ਆਂਟੀ ਕੁਲਵਿੰਦਰ ਤੁਸੀਂ ਪੜ੍ਹੋਗੇ ਲੂਕਾ 7 ਅਧਿਆਇ। ਅਸੀਂ ਇਹ ਚੌਥੀ ਗੱਲ ਹੈ, ਆਖਰੀ ਗੱਲ ਜੋ ਅਸੀਂ ਵੇਖਾਂਗੇ, ਜਿਸ ਤੋਂ ਯਿਸੂ ਦੁਖੀ ਹੋਇਆ, ਨਾਰਾਜ਼ ਹੋਇਆ। ਇਹ ਹੈ ਲੂਕਾ 7 ਅਧਿਆਇ ਤੇ ਉਹਦੀ 11 ਤੋਂ 13 ਹੈ। ਲੂਕਾ 7 ਅਧਿਆਇ ਉਹਦੀ 11 ਤੋਂ 13 ਹੈ। ਆਂਟੀ ਜੀ ਤੁਹਾਡੀ ਆਵਾਜ਼ ਨਹੀਂ ਆਉਂਦੀ। ਸੌਰੀ, ਮੈਂ ਉਹ ਫੁੱਲ ਬੰਦ ਕੀਤਾ ਸੀ। ਤੇ ਇਹਦੇ ਥੋੜੇ ਚਿਰ ਪਿੱਛੋਂ ਐ ਹੋਇਆ, ਜੋ ਉਹ ਨਾਮ ਦੇ ਇੱਕ ਨਗਰ ਨੂੰ ਗਿਆ, ਔਰ ਉਹਦੇ ਚੇਲੇ ਅਤੇ ਵੱਡੀ ਭੀੜ ਉਹਦੇ ਨਾਲ ਤੁਰੀ ਜਾਂਦੀ ਸੀ। ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਆ ਪੁੱਜਿਆ, ਤਾਂ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ, ਜੋ ਆਪਣੀ ਮਾਂ ਦਾ ਇੱਕੋ ਹੀ ਪੁੱਤਰ ਸੀ ਅਤੇ ਉਹ ਵਿਧਵਾ ਸੀ, ਔਰ ਨਗਰ ਦੀ ਵੱਡੀ ਭੀੜ ਉਹਦੇ ਨਾਲ ਹੈ ਸੀ। ਪ੍ਰਭੂ ਨੇ ਉਸ ਨੂੰ ਵੇਖ ਕੇ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੂੰ ਆਖਿਆ, ਨਾ ਰੋ। ਆਮੇਨ। ਅੱਗੇ ਜਾ ਕੇ ਫਿਰ ਇਸ ਬੱਚੇ ਨੂੰ ਜ਼ਿੰਦਾ ਕਰ ਦਿੰਦਾ ਹੈ। ਤੇ ਕਿਸ ਸ਼ੈ ਤੋਂ ਯਿਸੂ ਜਿਵੇਂ ਉਹਦੇ ਜਜ਼ਬਾਤ ਜਿਹੜੇ ਇਫੈਕਟ ਹੋਏ ਸੀ, ਉਹਨੂੰ ਹਨਾ ਨਾਰਾਜ਼ਗੀ ਥੋੜੀ ਹੋਈ, ਕਿਹੜੀ ਸ਼ੈ ਤੋਂ ਸੀ, ਕਿਹੜੀ ਸ਼ੈ ਨੂੰ ਵੇਖ ਕੇ? ਉਹਨੂੰ ਗੁੱਸਾ ਜਦੋਂ ਚੜਿਆ ਸੀ, ਗੁੱਸਾ ਜਾਂ ਕੀ ਗੱਲ ਉਹਨੂੰ ਸੂਝੀ? ਉਹਨੂੰ ਗੁੱਸਾ ਤੇ ਨਹੀਂ ਆਇਆ, ਲੇਕਿਨ ਉਹਦੀ ਮਾਂ ਵੇਖ ਕੇ, ਉਹਦੀ ਮਾਂ ਦਾ ਤਰਸ। हाँ, क्यों? उसकी वो अपनी माँ का इकलौता बेटा था, बेवा थी उसकी माँ। ਇੱਕੋ ਪੁੱਤਰ ਸੀ, ਵਿਧਵਾ ਸੀ। ਹਾਂ, ਤੇ ਦੂਜੇ ਇਨਸਾਨਾਂ ਤੇ ਦੁੱਖ ਵੇਖ ਕੇ ਉਹ ਨਾਰਾਜ਼ ਹੋਇਆ। ਨਾਰਾਜ਼ ਦੁਖੀ ਨਹੀਂ ਹੁੰਦਾ ਕੀ? ਅੱਛਾ ਨਹੀਂ, ਨਾਰਾਜ਼ ਸ਼ਾਇਦ ਸਹੀ ਲਫ਼ਜ਼ ਨਹੀਂ ਹੈ। ਉਹ ਹੋਇਆ ਉਦਾਸ। उदास होया, अफसोस किया उन्होंने, अफसोस किया ना। ਨਾ ਇਸ ਸ਼ੈ ਤੋਂ ਉਹਦੇ ਇਮੋਸ਼ਨਸ ਜੋ ਸੀ, ਉਹਦੇ ਜਜ਼ਬਾਤ ਉਹ ਜਾਗ ਜਾਂਦੇ ਸੀ ਇਹਨਾਂ ਸ਼ੈਵਾਂ ਤੋਂ। ਅਸੀਂ ਪਿਛਲੇ 3 ਹਫ਼ਤਿਆਂ ਤੋਂ ਇਹ ਵੇਖਣ ਡਿਆ ਕਿ ਬਹੁਤ ਦਫਾ ਜੋ ਸਾਨੂੰ ਸਾਡੇ ਇਮੋਸ਼ਨਸ, ਜੋ ਸਾਡੇ ਜਜ਼ਬਾਤ ਜਾਗ ਜਾਂਦੇ ਨੇ, ਉਹ ਹੁੰਦਾ ਕਿਉਂਕਿ ਕਿਸੇ ਨੇ ਸਾਡੇ ਖਿਲਾਫ ਕੁਝ ਆਖਿਆ, ਜਾਂ ਕਿਸੇ ਨੇ ਸਾਨੂੰ ਸਲਾਮ ਨਹੀਂ ਕੀਤਾ ਹਨਾ, ਜਾਂ ਕੋਈ ਸਾਨੂੰ ਕਿਸੇ ਨੇ ਜੋ ਪਹਿਲਾਂ ਸਾਡੇ ਨਾਲ ਕੋਈ ਕੀਤਾ ਕੰਮ, ਉਹ ਸਾਨੂੰ ਯਾਦ ਆਉਂਦਾ। ਲੇਕਿਨ ਅਸੀਂ ਵੇਖਿਆ ਕਿ ਯਿਸੂ ਇਹਨਾਂ ਸ਼ੈਵਾਂ ਤੋਂ ਉਹਨੂੰ ਕੁਝ ਨਹੀਂ ਹੁੰਦਾ ਸੀ। ਇਹਨਾਂ ਸ਼ੈਵਾਂ ਤੋਂ ਉਹ ਦੁਖੀ ਨਹੀਂ ਹੁੰਦਾ ਸੀ, ਗੁੱਸਾ ਨਹੀਂ ਕਰਦਾ ਸੀ, ਕਿਉਂਕਿ ਉਹ ਆਪਣੀ ਖੁਦ ਜੋ ਇੱਜ਼ਤ ਹੈ ਉਹਨੂੰ ਬਹੁਤ ਉੱਚਾ ਦਰਜਾ ਨੇ ਉਹਨੇ ਨਹੀਂ ਦਿੱਤਾ ਆਪਣੀ ਜ਼ਿੰਦਗੀ 'ਚ। ਲੇਕਿਨ ਅਸੀਂ ਵੇਖਦੇ ਹਾਂ ਉਹ ਖੁਦਾ ਦੀ ਇੱਜ਼ਤ ਨੂੰ ਬਹੁਤ ਉੱਚਾ ਦਰਜਾ ਦਿੰਦਾ ਸੀ, ਲੋਕਾਂ ਨੂੰ, ਦੂਜੇ ਲੋਕਾਂ ਨੂੰ ਪਿਆਰ ਕਰਦਾ ਸੀ ਨਾ। ਤੇ ਜਦੋਂ ਇਹਨਾਂ ਦੇ ਖਿਲਾਫ ਕੁਝ ਹੁੰਦਾ ਸੀ, ਫਿਰ ਉਸ ਤੋਂ ਉਹਨੂੰ ਗੁੱਸਾ ਆਉਂਦਾ ਸੀ, ਉਸ ਤੋਂ ਉਹ ਨਾਰਾਜ਼ ਹੁੰਦਾ ਸੀ ਨਾ। ਜਦੋਂ ਕੋਈ ਉਹਦੇ ਖਿਲਾਫ ਕਹਿੰਦਾ ਸੀ, ਉਸ ਤੋਂ ਨੇ। ਤੇ ਅਸੀਂ ਵੇਖਦੇ ਕਿ ਸਾਨੂੰ ਵੀ ਜਿਨ੍ਹਾਂ ਸ਼ੈਵਾਂ ਤੋਂ ਯਿਸੂ ਨੂੰ ਗੁੱਸਾ ਆਉਂਦਾ, ਜਿਹੜੀ ਸ਼ੈਵਾਂ ਉਹ ਬਹੁਤ ਉੱਚਾ ਸਮਝਦਾ,
ਸਾਨੂੰ ਵੀ ਸਾਡੇ ਵੀ ਇੰਜ ਹੋਣਾ ਚਾਹੀਦਾ। ਆਮੀਨ। ਜਿਸ ਤੋਂ ਯਿਸੂ ਨੂੰ ਗੁੱਸਾ ਆਇਆ, ਸਾਨੂੰ ਵੀ ਉਸ ਤੋਂ ਉਹਦੇ ਤੇ ਗੁੱਸਾ ਆਉਣਾ ਚਾਹੀਦਾ। ਜਿਹਦੇ ਤੋਂ ਯਿਸੂ ਉਦਾਸ ਹੋਇਆ, ਸਾਨੂੰ ਵੀ ਉਸ ਸ਼ੈ ਤੇ ਉਦਾਸ ਹੋਣਾ ਚਾਹੀਦਾ। ਤੇ ਜਿਹੜੀ ਸ਼ੈ ਤੋਂ ਯਿਸੂ ਨਹੀਂ ਗੁੱਸਾ ਉਹਨੂੰ ਆਇਆ ਤੇ ਨਹੀਂ ਨਾਰਾਜ਼ ਹੋਇਆ, ਸਾਨੂੰ ਵੀ ਨਹੀਂ ਹੋਣਾ ਚਾਹੀਦਾ। ਆਮੀਨ। ਸਹੀ। ਤੇ ਅਸਾਂ ਵੇਖਿਆ ਕਿ ਜੋ ਅਸੀਂ ਜਿਸ ਸ਼ੈ ਨੂੰ ਅਸੀਂ ਉੱਚਾ ਦਰਜਾ ਦਿੰਦੇ ਹਾਂ ਆਪਣੀ ਜ਼ਿੰਦਗੀ 'ਚ, ਅਸੀਂ ਬਹੁਤ ਕੀਮਤੀ ਸਮਝਦੇ ਹਾਂ, ਉਹ ਅਸੀਂ ਕਿਹੜੀ ਸ਼ੈ ਤੋਂ ਸਾਨੂੰ ਗੁੱਸਾ ਆਏਗਾ, ਕਿਹੜੀ ਸ਼ੈ ਤੋਂ ਉਦਾਸ ਹੋਵਾਂਗੇ। ਤੇ ਅਸੀਂ ਇਹ ਵੀ ਵੇਖੀਏ ਕਿ ਸਾਡੀ ਮਰਜ਼ੀ ਹੈ ਕਿ ਅਸੀਂ ਕਿਹੜੀ ਸ਼ੈ ਨੂੰ ਉੱਚਾ ਬਹੁਤ ਕੀਮਤੀ ਜਾਣਦੇ ਹਾਂ ਆਪਣੀ ਜ਼ਿੰਦਗੀ 'ਚ। ਸਾਡੀ ਮਰਜ਼ੀ ਹੈ ਨਾ। ਅਸੀਂ ਸਾਰੇ ਅਲੱਗ-ਅਲੱਗ ਸ਼ੈਵਾਂ ਨੂੰ ਕੀਮਤੀ ਸਮਝਦੇ ਹਾਂ। ਮੈਂ ਮਿਸਾਲ ਦਿੱਤੀ ਬਾਈਬਲ ਸਟੱਡੀ 'ਚ ਵੀ, ਕਿਉਂਕਿ ਪਿਛਲੇ ਸਾਲ ਅਸਾਂ ਇਹਦੇ 'ਤੇ ਗੱਲ ਕੀਤੀ ਸੀ ਬਹੁਤ, ਹੈ ਨਾ। ਮੈਂ ਮਿਸਾਲ ਦਿੱਤੀ ਸੀ ਲਾਡੀ ਭਾਈ ਦੀ, ਦੀਪਕ ਭਾਈ ਦੀ, ਹੈ ਨਾ, ਕਿ ਲਾਡੀ ਭਾਈ ਉਹ ਐਰਨ ਸ਼ੌਪ ਤੋਂ ਖਰੀਦਦੇ ਨੇ ਖਾਣਾ, ਸਾਲਨ ਖਰੀਦਦੇ ਤੇ ਰੋਟੀ ਖਰੀਦਦੇ ਨੇ। ਦੀਪਕ ਭਾਈ ਉਹ ਖੁਦ ਬਣਾਉਂਦੇ ਨੇ। ਤੇ ਮੈਂ ਆਖਿਆ ਕਿਉਂ ਹੈ ਇੰਜ, ਇਹ ਫਰਕ ਕਿਉਂ ਹੈ? ਕਿਉਂਕਿ ਲਾਡੀ ਭਾਈ ਆਪਣੇ ਵਕਤ ਨੂੰ ਹੋਰ ਕੀਮਤੀ ਜਾਣਦੇ ਨੇ ਤੇ ਆਪਣੇ ਪੈਸਿਆਂ ਨੂੰ ਘੱਟ ਕੀਮਤੀ ਜਾਣਦੇ ਨੇ। ਤੇ ਦੀਪਕ ਭਾਈ ਆਪਣੇ ਪੈਸਿਆਂ ਨੂੰ ਜ਼ਿਆਦਾ ਕੀਮਤੀ ਜਾਣਦੇ ਨੇ ਤੇ ਆਪਣੇ ਵਕਤ ਨੂੰ ਘੱਟ, ਹੈ ਨਾ। ਤੇ ਕੋਈ ਇਹ ਨਹੀਂ ਕਿ ਕੋਈ ਬਿਹਤਰ ਹੈ, ਕੋਈ ਗਲਤ ਹੈ, ਲੇਕਿਨ ਅਸੀਂ ਸਾਰੇ ਬਸ ਅਲੱਗ-ਅਲੱਗ ਸ਼ੈਵਾਂ ਨੂੰ ਹੋਰ ਕੀਮਤੀ ਜਾਣਦੇ ਹਾਂ, ਕੀਮਤੀ ਸਮਝਦੇ ਹਾਂ ਆਪਣੀ ਜ਼ਿੰਦਗੀ 'ਚ। ਤੇ ਸਾਡੀ ਮਰਜ਼ੀ ਹੈ ਕਿ ਅਸੀਂ ਕਿਹੜੀ ਸ਼ੈ ਨੂੰ ਕੀਮਤੀ ਸਮਝਦੇ ਹਾਂ। ਅਗਰ ਅਸੀਂ ਆਪਣੀ ਇੱਜ਼ਤ ਨੂੰ ਬਹੁਤ ਕੀਮਤੀ ਸਮਝਾਂਗੇ ਤੇ ਜਦੋਂ ਵੀ ਕੋਈ ਕੁਝ ਕਹੇਗਾ ਸਾਡੇ ਖਿਲਾਫ, ਕੋਈ ਸ਼ਾਂਤੀ ਨਹੀਂ ਹੋਏਗੀ ਸਾਡੇ ਕੋਲ। ਤੇ ਅਸੀਂ ਕੋਈ ਆਇਤਾਂ ਵੇਖਣੇ ਜੋ ਵਿਖਾਉਂਦਾ ਹੈ ਕਿ ਸਾਡੇ ਹੱਥ 'ਚ ਹੈ ਕਿ ਅਸੀਂ ਕਿਹੜੀ ਸ਼ੈ ਨੂੰ ਕੀਮਤੀ ਸਮਝਦੇ ਹਾਂ। ਅਸੀਂ ਅਗਰ ਵੇਖੀਏ ਰੋਮੀਆਂ 8 ਅਧਿਆਇ, ਇਹਦੇ 'ਚ ਪੌਲੁਸ ਰਸੂਲ ਕੀ ਕਹਿੰਦਾ ਹੈ? ਰੋਮੀਆਂ 8 ਅਧਿਆਇ 'ਚ ਤੇ ਦੀਪਕ ਭਾਈ ਅਗਰ ਤੁਸੀਂ ਪੜ੍ਹੋ ਰੋਮੀਆਂ 8 ਉਹਦੀ 17 ਤੋਂ 18। ਅਤੇ ਜੇ ਬਾਲਕ ਹਾਂ ਤੇ ਅਧਿਕਾਰੀ ਵੀ ਹਾਂ, ਪਰਮੇਸ਼ਰ ਨੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ, ਪਰ ਤਦ ਜੇ ਅਸੀਂ ਉਸ ਦੇ ਨਾਲ ਦੁੱਖ ਝੱਲੀਏ ਪਈ ਉਹਦੇ ਨਾਲ ਅਸੀਂ ਵਡਿਆਈ ਜਾਈਏ। 18 ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਤੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਆਮੀਨ। ਆਮੀਨ। ਨਾ ਕਹਿੰਦੇ ਕਿ ਇਸ ਸਮੇਂ ਦੇ ਦੁੱਖ ਨੇ ਇੱਕ ਪਾਸੇ ਤੇ ਦੂਜੇ ਪਾਸੇ ਕੀ ਨੇ? ਅੱਗੇ ਜੋ ਆਉਣ ਵਾਲੇ ਜੋ ਸਵਰਗ ਹੈ, ਸਵਰਗ ਦੀ ਗੱਲ ਕਰਨ ਦੇ, ਹੈ ਨਾ। ਕਹਿੰਦੇ ਕਿ ਉਹ ਕਿਹੜੀ ਸ਼ੈ ਨੂੰ ਜ਼ਿਆਦਾ ਕੀਮਤੀ ਸਮਝਦਾ ਸੀ? ਜੋ ਆਉਣ ਵਾਲਾ ਜਲਾਲ ਹੈ ਉਹਨੂੰ ਹੋਰ ਕੀਮਤੀ ਸਮਝਦਾ ਸੀ। ਆਮੀਨ। ਤੇ ਇਸ ਲਈ ਉਹ ਦੁੱਖ ਸਹਿ ਸਕਦਾ ਸੀ। ਇਹ ਜਿਹੜੇ ਦੁੱਖ ਸਨ ਇਸ ਦੁਨੀਆ ਦੇ, ਉਹਨਾਂ ਨੂੰ ਕੀਮਤੀ ਨਹੀਂ ਜਾਣਦਾ ਸੀ ਨਾ। ਲੇਕਿਨ ਜੋ ਲੋਕੀ ਉਹ ਇਹਨੂੰ ਜੋ ਸਵਰਗ ਨੂੰ ਇੰਨਾ ਕੀਮਤੀ ਨਹੀਂ ਸਮਝਦੇ, ਲੇਕਿਨ ਜੋ ਆਉਣ ਵਾਲੇ ਜੋ ਇਸ ਦੁਨੀਆ ਦੇ ਦੁੱਖ ਨੇ ਇਹਨਾਂ ਤੋਂ ਬਹੁਤ ਉਹਨਾਂ ਨੂੰ ਅਸਰ ਹੁੰਦਾ ਹੈ। ਕਿਉਂ? ਕਿਉਂਕਿ ਉਹ ਆਪਣੀ ਇੱਜ਼ਤ ਨੂੰ, ਆਪਣੀ ਕੰਫਰਟ ਨੂੰ, ਉਹਨੂੰ ਬਹੁਤ ਉੱਚਾ ਦਰਜਾ ਦਿੰਦੇ ਨੇ। ਤੇ ਫਿਰ ਜਦੋਂ ਇਸ ਦੁਨੀਆ ਦੇ ਦੁੱਖ ਆਉਂਦੇ ਨੇ, ਅਗਰ ਇੰਜੇ ਹੋਏ ਕਿ ਤੁਸੀਂ ਸਵਰਗ ਨੂੰ ਇੰਨਾ ਕੀਮਤੀ ਨਹੀਂ ਸਮਝਦੇ, ਲੇਕਿਨ ਆਪਣੇ ਖੁਸ਼ੀਆਂ, ਆਪਣੀ ਇੱਜ਼ਤ ਨੂੰ ਬਹੁਤ ਉੱਚਾ ਸਮਝਦੇ ਹੋ, ਤੇ ਫਿਰ ਤੁਸੀਂ ਯਿਸੂ ਨੂੰ ਛੱਡ ਦੋਗੇ ਜਦੋਂ ਦੁੱਖ ਆਏਗਾ। ਅਸੀਂ ਅਗਰ ਵੇਖੀਏ ਇਬਰਾਨੀਆਂ ਉਹਦਾ 11 ਅਧਿਆਇ, ਇੱਥੇ ਵੇਖਨੇ ਮੂਸਾ ਉਹ ਕਿਹੜੀ ਸ਼ੈ ਨੂੰ ਕੀਮਤੀ ਸਮਝਦਾ ਸੀ। ਦੀਪਕ ਭਾਈ ਅਗਰ ਤੁਸੀਂ ਪੜ੍ਹੋ ਇਬਰਾਨੀਆਂ ਉਹਦਾ 11 ਅਧਿਆਇ ਉਹਦੀ 24 ਤੇ 26 ਆਇਤ, 24 ਤੋਂ 26 ਆਇਤ। 24 ਤੋਂ 26। ਨੀਚਾ ਨਾਲ ਮੂਸਾ ਨੇ ਜਾ ਸਿਆਣਾ ਹੋਇਆ ਤਾਂ ਫਿਰੌਨ ਦੀ ਧੀ ਦਾ ਪੁੱਤਰ ਅਖਾਉਣ ਤੋਂ ਇਨਕਾਰ ਕੀਤਾ। ਕਿਉਂ? ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲ ਜੋ
ਥੋੜੇ ਚਿਰ ਲਈ ਹੈ ਪਰਮੇਸ਼ਰ ਦੀ ਪ੍ਰਜਾ ਨਾਲ ਜਬਰੀ ਝੱਲਣ ਨੂੰ ਬਹਾਲਾ ਪਸੰਦ ਕੀਤਾ ਅਤੇ ਉਹਨੇ ਵਿਚਾਰ ਕੀਤਾ ਭਾਈ ਮਸੀਹ ਦੇ ਨਿਮਿਤ ਨਿੰਦਿਆ ਜਾਣ ਮਿਸਰ ਦੇ ਖਜ਼ਾਨੇ ਨਾਲੋਂ ਵੱਡਾ ਧਨ ਹੈ ਕਿਉਂ ਜੋ ਫਲ ਵੱਲ ਉਹਦਾ ਧਿਆਨ ਨਹੀਂ ਸੀ ਆਮੀਨ ਕਿਹੜੇ ਵੱਲ ਨਹੀਂ ਧਿਆਨ ਸੀ ਜਿਹੜਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ ਕਿਉਂ ਜੋ ਫਲ ਵੱਲ ਉਹਦਾ ਧਿਆਨ ਨਹੀਂ ਸੀ ਫਲ ਅੱਛਾ ਸਹੀ ਸੀ ਹਾਂ ਮੈਨੂੰ ਲੱਗਾ ਪੰਜਾਬੀ ਚ ਕੀ ਹਲ ਸੀ ਇਹ ਨਹੀਂ ਬੋਲੀ ਜਾਂਦਾ ਵਿੱਚ ਸੀ ਕੱਲਾ ਪੜਨ ਦਿਓ ਭਾਈ ਧਿਆਨ ਸੀ ਕਿਉਂ ਜੋ ਫਲ ਵੱਲ ਉਹਦਾ ਧਿਆਨ ਸੀ ਧਿਆਨ ਸੀ ਹਾਂ ਸਹੀ ਨਹੀਂ ਹੈਗਾ ਸਹੀ ਥੈਂਕ ਯੂ ਦੀਪਕ ਭਾਈ ਤੇ ਜੋ ਫਲ ਦੀ ਗੱਲ ਆਉਂਦੀ ਹੈ ਜਿਹਦੇ ਤੇ ਧਿਆਨ ਮੂਸਾ ਦਾ ਸੀ ਉਹ ਸੀ ਜੇ ਹਨਾ ਖੁਦਾ ਦੇ ਨਾਲ ਰਿਸ਼ਤਾ ਖੁਦਾ ਦੀ ਮਰਜ਼ੀ ਪੂਰੀ ਕਰਨਾ ਹਨਾ ਤੇ ਇੱਕ ਪਾਸੇ ਅਸੀਂ ਵੇਖਦੇ ਹਾਂ ਕਿ ਮੂਸਾ ਕੋਲ ਕੀ ਸੀ ਖੁਦਾ ਦੀ ਮਰਜ਼ੀ ਪੂਰੀ ਕਰਨਾ ਤੇ ਦੂਜੇ ਪਾਸੇ ਕੀ ਸੀ ਮਿਸਰ ਦੇ ਖਜ਼ਾਨੇ ਤੇ ਲਿਖੇ ਕਿ ਉਹਨੇ ਖੁਦਾ ਦੀ ਮਰਜ਼ੀ ਪੂਰੀ ਕਰਨਾ ਉਹ ਹੋਰ ਕੀਮਤੀ ਜਾਣਿਆ ਮੈਂ ਅਗਰ ਉਹ ਮਿਸਰ ਦੇ ਖਜ਼ਾਨੇ ਹੋਰ ਕੀਮਤੀ ਜਾਣਦਾ ਤੇ ਫਿਰ ਜਦੋਂ ਮੌਕਾ ਆਂਦਾ ਹਨਾ ਜੋ ਉਹਨੇ ਖੁਦਾ ਦਾ ਕੰਮ ਕਰਨਾ ਸੀ ਉਹ ਕਦੇ ਨਹੀਂ ਕਰਦਾ ਉਹ ਕਹਿੰਦਾ ਨਹੀਂ ਮੈਂ ਇੱਥੇ ਹਨਾ ਸ਼ਹਿਜ਼ਾਦਾ ਹੀ ਰਵਾਂਗਾ ਸਹੀ ਤੇ ਅਸੀਂ ਵੇਖਣਾ ਕਿ ਅਸੀਂ ਹੋਰ ਵੀ ਬਹੁਤ ਆਇਤਾਂ ਨੇ ਲੇਕਿਨ ਅਸੀਂ ਬਸ ਇਹ ਗੱਲ ਜਾਣੀਏ ਕਿ ਸਾਡੀ ਮਰਜ਼ੀ ਕਿ ਅਸੀਂ ਕਿਹੜੀ ਸ਼ੈ ਨੂੰ ਕੀਮਤੀ ਜਾਣਿਆ ਹਨਾ ਅਗਰ ਜਦੋਂ ਖੁਦਾ ਦੀ ਕੋਈ ਦੇ ਖਿਲਾਫ ਕੋਈ ਗਲਤ ਸ਼ੈ ਕਰੇ ਜਾਂ ਜਦੋਂ ਕੋਈ ਲੋਕਾਂ ਦੇ ਉੱਤੇ ਦੂਜੇ ਇਨਸਾਨਾਂ ਤੇ ਦੇ ਨਾਲ ਬੇਇਨਸਾਫੀ ਹੁੰਦੀ ਹੈ ਤੇ ਸਾਨੂੰ ਗੁੱਸਾ ਨਾ ਆਏ ਉਹ ਗਲਤ ਹੈ ਇਹਦਾ ਮਤਲਬ ਕਿ ਅਸੀਂ ਖੁਦਾ ਦੀ ਇੱਜ਼ਤ ਨੂੰ ਬਹੁਤ ਉੱਚਾ ਨਹੀਂ ਜਾਣਦੇ ਤੇ ਇਹਦਾ ਮਤਲਬ ਕਿ ਅਸੀਂ ਦੂਜੇ ਇਨਸਾਨਾਂ ਨੂੰ ਬਹੁਤ ਉੱਚਾ ਨਹੀਂ ਸਮਝਦੇ ਤੇ ਇਹ ਗਲਤ ਹੈ ਸਾਡੀ ਮਰਜ਼ੀ ਹੈ ਅਗਰ ਅਸੀਂ ਖੁਦਾ ਕਿੰਨਾ ਉੱਚਾ ਅਸੀਂ ਖੁਦਾ ਦੀ ਇੱਜ਼ਤ ਨੂੰ ਸਮਝਦੇ ਹਾਂ ਤੇ ਅਗਰ ਅਸੀਂ ਆਪਣੀ ਇੱਜ਼ਤ ਨੂੰ ਬਹੁਤ ਉੱਚਾ ਸਮਝਦੇ ਹਾਂ ਤੇ ਜਦੋਂ ਵੀ ਕੋਈ ਸਾਡੇ ਖਿਲਾਫ ਕੁਝ ਕਹੇ ਸਾਨੂੰ ਬਹੁਤ ਗੁੱਸਾ ਆ ਜਾਂਦਾ ਹੈ ਨਾ ਸਾਡੀ ਮਰਜ਼ੀ ਹੈ ਕਿ ਅਸਾਂ ਇੰਨਾ ਉੱਚਾ ਕਿਉਂ ਦਰਜਾ ਦਿੱਤਾ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਸਹੀ ਤੇ ਅਸੀਂ ਵੇਖਨੇ ਆ ਦੋ ਆਇਤਾਂ ਅਸੀਂ ਵੇਖਾਂਗੇ ਦੋ ਲੋਕਾਂ ਨੂੰ ਇੱਕ ਹੀ ਸ਼ੈ ਨੂੰ ਇੱਕ ਨੇ ਉਹਨੂੰ ਬਹੁਤ ਕੀਮਤੀ ਜਾਣਿਆ ਇੱਕ ਨੇ ਉਹਨੂੰ ਨਹੀਂ ਕੀਮਤੀ ਜਾਣਿਆ ਬਹੁਤ ਇਹ ਹੈ ਯਸੂ ਤੇ ਸ਼ੈਤਾਨ ਇਹਨਾਂ ਦਾ ਕੀ ਅਸੀਂ ਵੇਖ ਸਕਦੇ ਹਾਂ ਫਿਲਿੱਪੀਆਂ ਉਹਦੇ 2 ਅਧਿਆਇ 'ਚ ਅਸੀਂ ਕੁਝ ਵੇਖਨੇ ਆ ਕਿ ਯਸੂ ਨੂੰ ਇੱਕ ਕਿਹੜੀ ਸ਼ੈ ਨੂੰ ਉਹਨੇ ਬਹੁਤ ਕੀਮਤੀ ਨਹੀਂ ਜਾਣਿਆ ਅੰਕਲ ਸ਼ਕੀਲ ਅਗਰ ਤੁਸੀਂ ਪੜ੍ਹੋ ਫਿਲਿੱਪੀਆਂ ਉਹਦਾ 2 ਅਧਿਆਇ ਉਹਦੀ 4 ਤੋਂ 6 ਆਏ ਫਿਲਿੱਪੀਆਂ 2 ਅਧਿਆਇ ਫਿਲਿੱਪੀਆਂ 2 ਅਧਿਆਇ ਉਹਦੀ 4 ਤੋਂ 6 ਆਏ ओके जी फिलिपियों चैप्टर 2 वर्स 4 हर एक अपने ही हौल पर नहीं बल्कि हर एक दूसरे के हौल पर भी हवाल पर भी नजर रखे वैसा ही मिजाज रखो जैसा मसीह यीशु का भी था उसने अगरचे खुदा की सूरत पर था खुदा के बराबर होने को कब्जा में रखने की चीज ना समझा बल्कि अपने आप को खाली कर दिया और खादिम की सूरत इख्तियार की और इंसानों के मशाबा हो गया आमीन ते अंकल केड़ी शै सी जिसनु जेड़ी शै ਨੂੰ ਯਿਸੂ ਨੇ ਇੰਨਾ ਕੀਮਤੀ ਨਹੀਂ ਜਾਣਿਆ अपना ਜਿਹੜਾ ਖੁਦਾ ਦਾ ਰੁਤਬਾ ਸੀ ਉਹਨੇ ਖਾਲੀ ਕਰਕੇ ਜਿਹੜੀ ਇਨਸਾਨੋਂ ਕੀ ਮੁਸ਼ਾਬਾ ਹੋ ਗਿਆ ਕਿ ਮਤਲਬ ਉਹਨਾਂ ਨੇ ਇਨਸਾਨਾਂ ਵਾਂਗੂ ਹੋ ਗਿਆ ਉਹ ਖੁਦ ਖੁਦਾ ਸੀ ਲੇਕਿਨ ਉਹ ਜਦੋਂ ਬਿਲਕੁਲ ਇਨਸਾਨਾਂ ਵਾਂਗੂ ਹੋ ਗਿਆ ਖੁਦਾਵੰਦ ਯਿਸੂ ਮਸੀਹ
ਜਿਹੜਾ ਹੈ ਉਹ ਜਦੋਂ ਦੁਨੀਆ ਤੇ ਆਇਆ ਤੇ ਉਹਨੇ ਬਿਲਕੁਲ ਇੱਕ ਇਨਸਾਨੀ ਬਦਨ, ਇਨਸਾਨੀ ਜਿਹੜੀਆਂ ਚੀਜ਼ਾਂ ਸਨ, ਬਿਲਕੁਲ ਉਸ ਤਰ੍ਹਾਂ ਦਾ ਹੋ ਗਿਆ। ਤੇ ਅਸੀਂ ਵੇਖਦੇ ਹਾਂ ਕਿ ਕਿਹੜੀ ਸ਼ੈ ਉਹਨੇ ਇੰਨੀ ਕੀਮਤੀ ਨਹੀਂ ਸਮਝੀ, ਉਹਨੇ ਖੁਦਾ ਦੇ ਨਾਲ ਬਰਾਬਰ ਹੋਣਾ ਨਾ, ਖੁਦਾ ਬਰਾਬਰ ਉਹ ਜੋ ਸਾਰਾ ਉਹਨੇ ਆਪਣੇ ਆਪ ਨੂੰ ਦਾਸ ਸਮਝਿਆ, ਦਾਸ। ਹਾਂ, है ना, मतलब यसू खुदा है तो खुदा बाप दे बराबर ही है, लेकिन खुदा जो सारा जलाल है एक पासे ओ ते दूसरे पासे खुदा बाप की मर्जी पूरी करनी। खुदा बाप की मर्जी सी कि इंसान बन के दुनिया ते जा ना, ते खुद यसू खुदा बेटा एक पासे है ना, वो सारा जलाल है, खुदा होम दे नाल जो सारा जलाल मिलता है वो एक पासे ते एक पासे खुदा दी मर्जी पूरी करना। ते केड़ी शै यसू ने होर कीमती समझी कि नहीं, मैं खुदा बाप की मर्जी पूरी करांगा। ये जो जलाल है खुदा होम दे नाते नहीं, वो इन्ना कीमती नहीं है। खुदा बाप की मर्जी पूरी करना वो होर कीमती है। ते ये यसू दा रवैया सी, लेकिन शैतान दा की सी? ਅਸੀਂ ਵੇਖਨੇ ਆ ਆਇਜ਼ਾਇਆ ਨਬੀ ਦੀ ਪੋਥੀ ਚ। ਤੇ ਬਾਜੀ ਪੂਨਮ ਤੁਸੀਂ ਪੜੋਗੇ ਆਇਜ਼ਾਇਆ ਨਬੀ ਦੀ ਪੋਥੀ, ਉਹਦਾ 14 ਅਧਿਆਇ। चौदह 14। अच्छा, लगता है उन्होंने कॉल कट गई सी, मैंने पता नहीं चलिया। सही लाडी भाई ਤੁਸੀਂ ਪੜੋਗੇ ਉਹਦਾ ਸਰ ਜੀ ਚੈਪਟਰ ਕਿੰਨਾ? 14 14 ਆਇਤ ਕਿੰਨੀ? ਤੇ ਉਹਦੀ ਤੁਸੀਂ ਪੜੋ 12 ਤੋਂ 15 ਆਇਤ ਜੀ। ਤੇ ਇਸ ਤੋਂ ਪਹਿਲਾਂ ਕਿ ਤੁਸੀਂ ਪੜੋ ਮੈਂ ਥੋੜਾ ਸਮਝਾਵਾਂ ਕੀ ਹੋਣ ਡਿਆ ਇੱਥੇ। ਇਹ ਨਬੂਵਤ ਆਇਜ਼ਾਇਆ ਕਰਨ ਡਿਆ ਬਾਬੁਲ ਦੇ ਬਾਦਸ਼ਾਹ ਦੇ ਖਿਲਾਫ, ਲੇਕਿਨ ਇਹ ਡਬਲ ਨਬੂਵਤ ਹੈ ਨਾ। ਡਾਇਰੈਕਟਲੀ ਗੱਲ ਹੋਣ ਦੀ ਹੈ ਬਾਬੁਲ ਦੇ ਬਾਦਸ਼ਾਹ ਨਾਲ, ਲੇਕਿਨ ਨਾਲ ਨਾਲ ਇਹ ਸ਼ੈਤਾਨ ਦੇ ਬਾਰੇ ਚ ਵੀ ਗੱਲ ਹੋਣ ਦੀ ਹੈ। ਤੇ ਭਾਈ ਅਗਰ ਤੁਸੀਂ ਪੜੋ 12 ਤੋਂ 15 ਆਇਤ। ਜੀ। ਤੂੰ ਆਕਾਸ਼ ਤੋਂ ਕਿਵੇਂ ਡਿੱਗ ਪਿਆ ਹੈ, ਦਿਨ ਦੇ ਤਾਰੇ, ਫਰਜ਼ ਦੇ ਪੁੱਤਰ, ਤੂੰ ਕਿਵੇਂ ਧਰਤੀ ਤੱਕ ਵੰਡਿਆ ਗਿਆ ਹੈ, ਕੌਮਾਂ ਦੇ ਡਾਉਣ ਵਾਲੇ। ਤੈਂ ਆਪਣੇ ਦਿਲ ਵਿੱਚ ਆਖਿਆ, ਭਈ ਮੈਂ ਆਕਾਸ਼ ਉੱਤੇ ਚੜ੍ਹ ਜਾਵਾਂਗਾ, ਪਰਮੇਸ਼ਵਰ ਦੇ ਤਾਰਿਆਂ ਤੋਂ ਉਤਾਹਾਂ। ਮੈਂ ਆਪਣਾ ਸਿੰਘਾਸਨ ਉੱਚਾ ਧਰਾਂਗਾ ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। ਮੈਂ ਬੱਦਲਾਂ ਦੀਆਂ ਉਚਾਈਆਂ ਦੇ ਚੜ੍ਹ ਜਾਵਾਂਗਾ, ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ, ਪਰ ਤੂੰ ਪਤਾਲ ਤੱਕ, ਸਗੋਂ ਟੋਏ ਦੀ ਡੂੰਘਾਈ ਤੱਕ ਹੇਠਾਂ ਲਾਹਿਆ ਜਾਏਗਾ। ਆਮੀਨ। 15 ਤੱਕ ਨਹੀਂ ਨਾ ਜੀ ਬਸ। ਤੇ ਲਾਡੀ ਭਾਈ ਕਿਹੜੀ ਸ਼ੈ ਸ਼ੈਤਾਨ ਜੋ ਲੂਸੀਫਰ ਸੀ, ਸ਼ੈਤਾਨ ਬਣਨ ਤੋਂ ਪਹਿਲਾਂ, ਉਹ ਕਿਹੜੀ ਸ਼ੈ ਨੂੰ ਬਹੁਤ ਕੀਮਤੀ ਸਮਝਦਾ ਸੀ? ਉਹ ਪਰਮੇਸ਼ਵਰ ਤੋਂ ਵੀ ਤਾਂ ਹੋਣ ਦੀਆਂ ਗੱਲਾਂ ਕਿਤੇ ਕਰਦਾ ਸੀ। ਮੈਂ ਉਹ ਤੋਂ ਤਾਂ ਹੋਵਾਂ ਜਿਹਨੇ ਇਹਨੂੰ ਬਣਾਇਆ, ਤੇ ਇਹਨੂੰ ਵੀ ਕਿਸੇ ਨੇ ਬਣਾਇਆ, ਤੇ ਮੈਂ ਮੈਂ ਵੀ ਇਹ ਤੋਂ ਉੱਤੇ ਬਣਾ। ਹਾਂ ਨਾ, ਇੱਕ ਪਾਸੇ ਉਹ ਸਾਰਾ ਜਲਾਲ ਜੋ ਹੈ ਖੁਦਾ ਹੁੰਦਾ, ਤੇ ਦੂਜੇ ਪਾਸੇ ਕੀ ਹੈ ਖੁਦਾ ਦੀ ਮਰਜ਼ੀ ਪੂਰੀ ਕਰਨਾ। ਤੇ ਉਹਨੇ ਆਖਿਆ ਨਹੀਂ, ਖੁਦਾ ਦੀ ਮਰਜ਼ੀ ਮੈਂ ਨਹੀਂ ਪੂਰੀ ਕਰਨਾ ਚਾਹੁੰਦਾ, ਮੈਂ ਖੁਦਾ ਦਾ ਜੋ ਜਲਾਲ ਹੈ ਉਹ ਮੈਂ ਚਾਹਨਾ ਆਪਣੇ ਲਈ। ਤੇ ਸਵਰਗ ਤੋਂ ਕੱਢਿਆ ਗਿਆ। ਤੇ ਅਸੀਂ ਵੇਖਨੇ ਕਿ ਜੋ ਅਸੀਂ ਕੀਮਤੀ ਸਮਝਨੇ ਆ, ਜਿਹੜੀ ਸ਼ੈ ਨੂੰ ਅਸੀਂ ਬਹੁਤ ਕੀਮਤੀ ਜਾਣਨੇ ਆ, ਸੱਚ ਤਾਂ ਇਹ ਹੈ ਕਿ ਉਹ ਤੁਹਾਡੀ ਜ਼ਿੰਦਗੀ ਨੂੰ ਗਾਈਡ ਕਰੇਗਾ। ਜਿਸ ਸ਼ੈ ਨੂੰ ਤੁਸੀਂ ਕੀਮਤੀ ਸਮਝਦੇ ਹੋ ਉਹ ਤੁਹਾਡੀ ਜ਼ਿੰਦਗੀ ਨੂੰ ਗਾਈਡ ਕਰੇਗਾ, ਹੈ ਨਾ। ਲੇਕਿਨ ਜੋ ਅਸੀਂ ਇਸ ਮੈਸੇਜ 'ਚ ਇਹਦੇ ਤੇ ਗੌਰ ਕਰਨ ਡਿਆ ਕਿ ਜੋ ਅਸੀਂ ਕੀਮਤੀ ਜਾਣਾਂਗੇ ਉਹ ਸਾਡੇ ਇਮੋਸ਼ਨਸ, ਸਾਡੇ ਜਜ਼ਬਾਤ ਤੇ ਅਸਰ ਹੋਏਗਾ। ਤੇ ਜਦੋਂ ਜੋ ਅਸੀਂ ਜੋ ਕੀਮਤੀ ਜਾਣਨੇ ਆ, ਸਮਝਨੇ ਆ, ਅਗਰ ਉਹ ਇਸ ਲਾਈਨ ਜਸ ਜੋ ਖੁਦਾ ਕੀਮਤੀ ਜਾਣਦਾ ਹੈ, ਅਗਰ ਉਹ ਦੋਵੇਂ ਸ਼ੈਵਾਂ ਲਾਈਨ 'ਚ ਆਉਣ ਤੇ ਫਿਰ ਅਸੀਂ ਸਾਡੀ ਜੋ ਮਸੀਹੀ ਜੀਵਨ ਹੈ ਅਸੀਂ ਬਹੁਤ ਅੱਗੇ ਵਧਾਂਗੇ। ਬਹੁਤ ਸ਼ੈਵਾਂ ਨੇ ਸਾਡੀ ਜ਼ਿੰਦਗੀ 'ਚ ਅਸੀਂ ਕੀਮਤੀ ਬਹੁਤ ਸਮਝਨੇ ਆ, ਲੇਕਿਨ ਖੁਦਾ ਨਹੀਂ ਕੀਮਤੀ ਸਮਝਦਾ। ਉਹਦੀ ਵਜ੍ਹਾ ਤੋਂ ਸਾਨੂੰ ਪ੍ਰੋਬਲਮਸ ਹੁੰਦੀਆਂ ਨੇ, ਹੈ ਨਾ। ਜਿਵੇਂ ਅਸਾਂ ਪਹਿਲੇ ਮੈਸੇਜ 'ਚ 2 ਹਫ਼ਤੇ ਪਹਿਲਾਂ ਵੇਖਿਆ ਸੀ ਕਿ ਜਦੋਂ ਅਸੀਂ ਸਾਡੀ ਖੁਦ ਹੀ
ਸਾਡੀ ਆਪਣੀ ਦੀ ਇੱਜ਼ਤ ਉਹ ਅਸੀਂ ਬਹੁਤ ਕੀਮਤੀ ਸਮਝਦੇ ਹਾਂ ਤੇ ਫਿਰ ਪ੍ਰੋਬਲਮਸ ਆਉਂਦੀਆਂ ਨੇ। ਕੋਈ ਆਖੇਗਾ ਕੁਝ ਤੇ ਸਾਨੂੰ ਇੰਨਾ ਗੁੱਸਾ ਨਾਰਾਜ਼ਗੀ ਹੋ ਜਾਏਗੀ। ਸੱਚ ਹੈ ਕਿ ਇੰਜ ਨਹੀਂ ਹੋਣਾ ਚਾਹੀਦਾ। ਸਹੀ। ਤੇ ਸਮਝੋ ਕਿ ਅਸਾਂ ਹੁਣ ਇਹ ਸੁਣਿਆ, ਅਸਾਂ ਵੇਖਿਆ ਕਿ ਹਨਾ ਜੋ ਅਸੀਂ ਕੀਮਤੀ ਜਾਣਦੇ ਹਾਂ ਉਹਦੇ ਵਜ੍ਹਾ ਤੋਂ ਸਾਨੂੰ ਗੁੱਸਾ ਆਉਂਦਾ ਹੈ। ਮੈਨੂੰ ਕਿਉਂ ਇੰਨਾ ਗੁੱਸਾ ਆਉਂਦਾ ਹੈ ਜਦੋਂ ਕੋਈ ਮੇਰੇ ਖਿਲਾਫ ਗੱਲ ਕਰਦਾ ਹੈ? ਕਿਉਂਕਿ ਮੈਂ ਆਪਣੀ ਇੱਜ਼ਤ ਨੂੰ ਬਹੁਤ ਉੱਚਾ ਰੱਖਿਆ। ਜਦੋਂ ਖੁਦਾ ਦੇ ਖਿਲਾਫ ਕੋਈ ਕੁਝ ਕਹਿੰਦਾ ਹੈ ਤੇ ਦੂਜੇ ਮਸੀਹਾਂ ਨੂੰ ਗੁੱਸਾ ਆਉਂਦਾ, ਲੇਕਿਨ ਮੈਨੂੰ ਕਿਉਂ ਨਹੀਂ ਆਉਂਦਾ? ਕਿਉਂਕਿ ਤੁਸੀਂ ਖੁਦਾ ਦੀ ਇੱਜ਼ਤ ਨੂੰ ਇੰਨਾ ਉੱਚਾ ਨਹੀਂ ਦਰਜਾ ਦਿੱਤਾ ਆਪਣੀ ਜ਼ਿੰਦਗੀ 'ਚ। ਜਦੋਂ ਯਸੂ ਰੋਂਦਾ ਸੀ, ਜਦੋਂ ਲੋਕੀ ਦੂਜੇ ਇਨਸਾਨ ਦੁੱਖ 'ਚ ਹੁੰਦੇ ਸੀ, ਮੈਨੂੰ ਕਿਉਂ ਨਹੀਂ ਦੁੱਖ ਹੁੰਦਾ? ਕਿਉਂਕਿ ਦੂਜੇ ਇਨਸਾਨਾਂ ਨੂੰ ਤੁਸੀਂ ਉੱਚਾ ਦਰਜਾ ਨਹੀਂ ਦਿੱਤਾ ਆਪਣੀ ਜ਼ਿੰਦਗੀ 'ਚ। ਤੇ ਅਸਾਂ ਇਹ ਵੇਖਿਆ ਤੇ ਅਸਾਂ ਇਹ ਵੀ ਵੇਖਿਆ ਕਿ ਸਾਡੀ ਮਰਜ਼ੀ ਅਸੀਂ ਕਿਹੜੀ ਸ਼ੈ ਨੂੰ ਕੀਮਤੀ ਜਾਣਦੇ ਹਾਂ। ਤੇ ਸਵਾਲ ਹੈ ਕਿ ਠੀਕ ਹੈ, ਅਗਰ ਕੋਈ ਸ਼ੈਵਾਂ ਨੇ ਜੋ ਮੈਂ ਪਹਿਚਾਨਣਾ ਕਿ ਮੈਂ ਕੀਮਤੀ ਜਾਣ ਸਮਝਣਾ, ਲੇਕਿਨ ਅਸਲ 'ਚ ਖੁਦਾ ਨਹੀਂ ਸਮਝਦਾ ਕੀਮਤੀ, ਤੇ ਕੋਈ ਸ਼ੈਵਾਂ ਨੇ ਜਿਨ੍ਹਾਂ ਨੂੰ ਮੈਂ ਨਹੀਂ ਕੀਮਤੀ ਸਮਝਦਾ ਤੇ ਉਹਨਾਂ ਨੂੰ ਮੈਨੂੰ ਸਮਝਣਾ ਚਾਹੀਦਾ ਹੋਰ ਕੀਮਤੀ। ਤੇ ਇਹ ਕੀ ਮੈਂ ਕਰ ਸਕਦਾ? ਪਹਿਲੀ ਤਾਂ ਗੱਲ ਹੈ ਕਿ ਪਹਿਚਾਨੋ, ਹਨਾ। 2 ਹਫ਼ਤੇ ਪਹਿਲਾਂ ਇਹ ਵੀ ਇਹੀ ਆਖਿਆ ਸੀ ਅਸਾਂ, ਹਨਾ, ਕਿ ਅਗਰ ਕਿ ਕਿੰਜੇ ਅਸਾਂ ਬਦਲਣਾ ਹੈ ਕਿ ਜੋ ਸਾਨੂੰ ਗੁੱਸਾ ਆਉਂਦਾ ਹੈ ਬਿਲਾ ਵਜ੍ਹਾ। ਪਹਿਲੀ ਗੱਲ ਹੈ ਪਹਿਚਾਨੋ, ਇਕਰਾਰ ਕਰੋ ਕਿ ਦੂਜੇ ਲੋਕੀ ਪ੍ਰੋਬਲਮ ਨਹੀਂ ਹਨ, ਫਲਾ ਨਹੀਂ ਹੈ, ਉਹ ਨਹੀਂ ਹੈ, ਪ੍ਰੋਬਲਮ ਮੇਰੇ 'ਚ ਹੈ। ਤੇ ਇਹਦੇ ਨਾਲ ਵੀ ਪਹਿਚਾਨੋ ਕਿ ਜੋ ਦੁੱਖ ਨਾਰਾਜ਼ਗੀ ਤੁਹਾਡੀ ਜ਼ਿੰਦਗੀ 'ਚ ਹੈ, ਜ਼ਿਆਦਾਤਰ ਇਹ ਹੈ ਕਿ ਤੁਹਾਡੇ ਵੈਲਿਊਜ਼, ਜਿਹੜੀਆਂ ਸ਼ੈਵਾਂ ਨੂੰ ਤੁਸੀਂ ਕੀਮਤੀ ਜਾਣਨਾ ਚਾਹੀਦਾ ਹੈ, ਉਹਨਾਂ ਨੂੰ ਨਹੀਂ ਜਾਣਨ ਦੇ, ਹਨਾ, ਤੇ ਠੀਕ ਬੈਲੈਂਸ 'ਚ ਨਹੀਂ ਹੈ ਸ਼ੈਵਾਂ। ਪਹਿਲੀ ਗੱਲ ਹੈ ਪਹਿਚਾਨੋ। ਮੈਂ ਇੱਕ ਮਿਸਾਲ ਦੇਣਾ ਜੋ ਖੁਦਾ ਨੇ ਮੈਨੂੰ ਵਿਖਾਇਆ ਤੇ 2 ਸਾਲ ਪਹਿਲਾਂ ਸੀ। 2 ਸਾਲ ਪਹਿਲਾਂ ਇਹ ਮੈਂ ਨਹੀਂ 1 ਸਾਲ ਪਹਿਲਾਂ ਮੈਂ ਸਮਰ 'ਚ, ਹਨਾ, ਗਰਮੀਆਂ ਦੇ ਮੌਸਮ 'ਚ ਛੁੱਟੀਆਂ ਹੁੰਦੀਆਂ ਸਨ ਬਾਈਬਲ ਕਾਲਜ ਦੀ, ਤੇ ਮੈਂ ਇੱਕ ਬਰਮਿੰਗਮ 'ਚ ਹੈ ਮਿਨਿਸਟਰੀ। ਉਹ ਕੀ ਕਰਦੇ ਨੇ, ਉਹ ਜੋ ਬੇਕਾਰੀ ਹੁੰਦੇ ਨੇ ਉਹਨਾਂ ਦੀ ਹੈਲਪ ਕਰਦੇ ਨੇ। ਤੇ ਸੁਬਾਹ ਮੈਂ ਤੇ 2 ਹੋਰ ਲੋਕੀ ਸ਼ਾਇਦ, ਅਸੀਂ ਕੀ ਕਰਦੇ ਸੀ, ਅਸੀਂ ਸੁਬਾਹ 7 ਵਜੇ, ਹਨਾ, ਬਰਮਿੰਗਮ ਜੋ ਸਿਟੀ ਸੈਂਟਰ ਹੈ ਉੱਥੇ ਅਸੀਂ ਚੱਲਦੇ ਸੀ। ਸਾਡੇ ਕੋਲ ਚਾਹ ਹੁੰਦੀ ਸੀ ਤੇ ਚਾਕਲੇਟਸ ਹੁੰਦੀਆਂ ਸਨ, ਤੇ ਅਸੀਂ ਦਿੰਦੇ ਸਨ ਜੋ ਵੀ ਮਿਲਦਾ ਸੀ ਭਿਖਾਰੀ ਉੱਥੇ ਸੌਣ ਡਿਆ, ਉਹਨੂੰ ਫਿਰ ਅਸੀਂ ਦਿੰਦੇ ਸੀ। ਤੇ ਜਦੋਂ ਤੁਸੀਂ ਦਿੰਦੇ ਸੀ, ਹਨਾ, ਉਹ ਖੁਸ਼ ਹੁੰਦੇ ਸੀ, ਤੁਹਾਡਾ ਸ਼ੁਕਰ ਕਰਦੇ ਸੀ ਤੇ ਹੱਥ ਇੰਜੇ ਵਧਾਉਂਦੇ ਸੀ ਮਿਲਾਉਣ ਲਈ, ਹਨਾ। ਤੇ ਇਹ ਜੋ ਅਸਲ 'ਚ ਭਿਖਾਰੀ ਹੁੰਦੇ ਨੇ, ਹਨਾ, ਜੋ ਅਸਲ 'ਚ ਸੌਂਦੇ ਨੇ ਕਾਫੀ ਦੇਰ ਤੋਂ, ਹਨਾ, ਸ਼ਾਇਦ ਕਾਫੀ ਦੇਰ ਤੋਂ ਬਾਹਰ ਨੇ ਘਰ 'ਚ ਨਹੀਂ, ਤੇ ਫਿਰ ਉਹਨਾਂ ਦੇ ਹੱਥ ਬੜੇ ਗੰਦੇ ਹੁੰਦੇ ਨੇ, ਹਨਾ, ਪਤਾ ਨਹੀਂ ਕੀ ਲੱਗਿਆ ਹੁੰਦਾ, ਕਾਲੇ ਹੋਏ ਹੁੰਦੇ ਨੇ ਉਹਨਾਂ ਦੇ ਹੱਥ। ਤੇ ਜਦੋਂ ਕੋਈ ਹੱਥ ਵਧਾਉਣ ਡਿਆ, ਹਨਾ, ਤਾਂ ਮੈਂ ਮਿਲਾ ਲਿਆ ਸੀ, ਲੇਕਿਨ ਫਿਰ ਮੈਂ ਸੋਚਣ ਡਿਆ ਸੀ ਇਹ ਕਿ ਨਾ ਮੈਂ ਕਿਉਂ ਹੱਥ ਉਹਦਾ ਫੜਿਆ, ਹਨਾ, ਮੈਂ ਬਸ ਇੰਜੇ ਕਰ ਦਿੰਦਾ ਇਹ ਕੁਝ। ਲੇਕਿਨ ਫਿਰ ਖੁਦਾ ਨੇ ਵਿਖਾਇਆ ਕਿ ਜੋ ਜਿਸਮਾਨੀ ਸਫਾਈ ਹੈ ਉਹ ਬਹੁਤ ਜ਼ਰੂਰੀ ਹੈ, ਲੇਕਿਨ ਕਿਹੜੀ ਸ਼ੈ ਹੋਰ ਮੈਂ ਕੀਮਤੀ ਜਾਣਨਾ ਚਾਹੀਦਾ ਹੈ। ਠੀਕ ਹੈ, ਜਿਸਮਾਨੀ ਸਫਾਈ ਅੱਛੀ ਹੈ, ਉਹਨੂੰ ਮੈਂ ਬਹੁਤ ਕੀਮਤੀ ਜਾਣਨ ਡਿਆ, ਲੇਕਿਨ ਖੁਦਾ ਜੋ ਇਨਸਾਨਾਂ ਨਾਲ ਪਿਆਰ ਹੈ ਤੇ ਇਨਸਾਨਾਂ ਦੀ ਇੱਜ਼ਤ, ਉਹਨੂੰ ਹੋਰ ਮੈਂ ਕੀਮਤੀ ਮੈਨੂੰ ਜਾਣਨਾ ਚਾਹੀਦਾ। ਤੇ ਮੈਨੂੰ ਯਾਦ ਆਇਆ ਕੁਝ ਜੋ ਬਾਈਬਲ ਕਾਲਜ 'ਚ ਮੈਂ ਸਿੱਖਿਆ ਸੀ ਜੀ, ਕਿ ਤੁਸੀਂ ਗੌਰ ਕਰੋ ਯਸੂ ਕੋੜੀਆਂ ਦੇ ਨਾਲ ਕਿੰਜੇ ਉਹਦਾ ਸਲੂਕ ਸੀ। ਉਹ ਦੂਰ ਹੋ ਕੇ ਨਹੀਂ ਸ਼ਿਫਾ ਦਿੰਦਾ ਸੀ। ਲਿਖਿਆ ਯਸੂ ਕੋੜੀਆਂ ਨੂੰ ਹੱਥ ਲਾਉਂਦਾ ਸੀ। ਕੋੜੀਆਂ ਪਤਾ ਨਹੀਂ, ਅਗਰ ਸਾਨੂੰ ਪਤਾ ਕਿ ਕਿੰਜੇ ਹੁੰਦੇ ਨੇ, ਉਹਨਾਂ ਦਾ ਮਾਸ ਜੋ ਹੈ ਗਲਦਾ ਹੈ, ਗਲਣ ਡਿਆ ਹੈ, ਹਨਾ, ਰੋਟਿੰਗ ਫਲੈਸ਼ ਹੈ, ਸਮੈਲ ਆਉਂਦੀ ਹੈ ਬਹੁਤ ਬੁਰੀ, ਇਨਫੈਕਸ਼ੀਅਸ ਹੈ ਜੋ ਕੋੜ ਹੈ। ਲੇਕਿਨ ਯਸੂ ਜਿਸਮਾਨੀ ਜੋ ਸਫਾਈ ਹੈ
ਉਹ ਜ਼ਰੂਰੀ ਹੈ, ਲੇਕਿਨ ਜੋ ਇਨਸਾਨਾਂ ਲਈ ਇੱਜ਼ਤ ਤੇ ਇਨਸਾਨਾਂ ਲਈ ਪਿਆਰ ਉਹਨੂੰ ਹੋਰ ਕੀਮਤੀ ਸਮਝਦਾ ਸੀ। ਤੇ ਖੁਦਾ ਨੇ ਵਿਖਾਇਆ ਕਿ ਤੂੰ ਆਪਣੀ ਜਿਸਮਾਨੀ ਜੋ ਸਫਾਈ ਹੈ, ਜੋ ਆਪਣੀ ਇੱਜ਼ਤ ਹੈ ਤੇ ਆਪਣੀ ਸਫਾਈ, ਉਹਨੂੰ ਤੂੰ ਬਹੁਤ ਕੀਮਤੀ ਜਾਣਨ ਡਿਆ। ਤੇ ਫਿਰ ਮੈਨੂੰ ਸਮਝ ਆਏ ਤੇ ਫਿਰ ਮੈਂ ਲੋਕਾਂ ਦੇ ਹੱਥ ਮਿਲਾਉਣ ਡਿਆ ਸੀ ਪ੍ਰੋਪਰਲੀ। ਅਸੀਂ ਸਾਰੇ ਹਨਾ ਮਿਲਾਉਂਦੇ ਸੀ ਹੱਥ ਉਹਨਾਂ ਨਾਲ, ਅਸੀਂ ਉਹਨਾਂ ਨੂੰ ਅਸੀਂ ਇੱਜ਼ਤ ਦੇਣ ਡੇ ਸੀ ਤੇ ਪਿਆਰ ਵਿਖਾਉਂਦੇ ਸੀ ਤੇ ਹਨਾ ਉਹਨੂੰ ਹੋਰ ਉੱਚਾ ਅਸੀਂ ਕਰਨ ਡੇ ਸੀ। ਇੱਕ ਹੋਰ ਮੈਂ ਮਿਸਾਲ ਦੇਣਾ, ਮੈਨੂੰ ਯਾਦ ਹੈ 2015 ਚ ਸ਼ਾਇਦ ਹਨਾ ਡੈਡੀ ਦੇ ਜਾਣ ਤੋਂ ਪਹਿਲਾਂ ਅਸੀਂ ਮੈਂ ਜਿਮ ਬਹੁਤ ਜਾਂਦਾ ਸੀ ਉਸ ਵੇਲੇ, ਉਸ ਟਾਈਮ ਤੇ ਮੈਂ ਜਿਮ ਬਹੁਤ ਜਾਂਦਾ ਸੀ। ਤੇ ਮੈਨੂੰ ਯਾਦ ਹੈ ਇੱਕ ਵਾਰ ਅਸੀਂ ਗੱਡੀ 'ਚ ਸੀ ਤੇ ਹਨਾ ਡੈਡੀ ਲਈ ਤਬੀਅਤ ਠੀਕ ਨਹੀਂ ਸੀ ਉਸ ਟਾਈਮ 'ਚ, ਤੇ ਹਨਾ ਪਾਸਟਰ ਜੀ ਨੇ ਆਖਿਆ ਕਿ ਹਨਾ ਅਸੀਂ ਰੋਜ਼ਾ ਰੱਖਾਂਗੇ ਤੇ ਦੁਆ ਕਰਾਂਗੇ ਡੈਡੀ ਲਈ। ਅਸੀਂ ਰੋਜ਼ੇ ਰੱਖਦੇ ਰਹਿੰਦੇ ਸੀ ਹਨਾ, ਤੇ ਮੈਂ ਮਜ਼ਾਕ ਨਾਲ ਹੀ ਥੋੜਾ ਜਿਹਾ ਆਖਿਆ ਕਿ ਕਿਉਂਕਿ ਜਦੋਂ ਰੋਜ਼ਾ ਰੱਖਦੇ ਸੀ ਤੇ ਫਿਰ ਮੈਂ ਜਿਮ ਨਹੀਂ ਜਾ ਸਕਦਾ ਸੀ ਹਨਾ, ਕਿਉਂਕਿ ਅਗਰ ਤੁਸੀਂ ਨਹੀਂ ਖਾਣ ਦੇ ਤੇ ਨਹੀਂ ਪੀਣ ਦੇ ਤੇ ਫਿਰ ਅਗਰ ਤੁਸੀਂ ਐਕਸਰਸਾਈਜ਼ ਕਰੋ ਫਿਰ ਚੰਗਾ ਨਹੀਂ ਹੈ। ਤੇ ਮੈਂ ਡੈਡੀ ਨੂੰ ਆਖਿਆ ਕਿ ਹਨਾ ਕਿਉਂ ਬਿਮਾਰ ਰਹਿੰਦਾ ਹੈ ਹਨਾ, ਮੈਂ ਜਿਮ ਨਹੀਂ ਜਾ ਸਕਦਾ, ਫਿਰ ਮੈਂ ਐਕਸਰਸਾਈਜ਼ ਨਹੀਂ ਕਰ ਸਕਦਾ ਆਪਣੇ। ਤੇ ਫਿਰ ਡੈਡੀ ਨੇ ਆਖਿਆ ਕਿ ਅਗਰ ਤੂੰ ਬਿਮਾਰ ਹੁੰਦਾ ਫਿਰ ਮੈਂ ਤੇਰੇ ਲਈ ਤੇ ਰੋਜ਼ਾ ਰੱਖਦਾ ਹਨਾ। ਤੇ ਫਿਰ ਮੈਨੂੰ ਖੁਦਾ ਜੈਸੇ ਅਹਿਸਾਸ ਹੋਇਆ ਕਿ ਜੋ ਸ਼ੈਵਾਂ ਨੂੰ ਮੈਂ ਕੀਮਤੀ ਜਾਣਨ ਡਿਆ ਇਹ ਥੋੜਾ ਬੈਲੈਂਸ 'ਚ ਨਹੀਂ ਹੈ। ਮੈਂ ਆਪਣੀ ਜਿਸਮਾਨੀ ਸਿਹਤ ਨੂੰ ਮੈਂ ਕਿੰਜੇ ਲੱਗਣਾ ਉਹਨੂੰ ਮੈਂ ਬਹੁਤ ਉੱਚਾ ਦਰਜਾ ਦੇਣ ਡਿਆ ਸੀ, ਤੇ ਦੂਜੇ ਇਨਸਾਨਾਂ ਲਈ ਪਿਆਰ ਉਹਨੂੰ ਮੈਂ ਇੰਨਾ ਨਹੀਂ ਦੇਣ ਡਿਆ ਸੀ। ਤੇ ਹਨਾ ਅਸੀਂ ਜਿੱਦਾਂ ਤੂੰ ਦੱਸਿਆ ਡੋਸਕਾ ਨਾ, ਵਡਿਆਣਾ, ਪਰਮੇਸ਼ਰ ਨੂੰ ਵਡਿਆਣਾ, ਡੋਸਕਾ ਡੋਕਸਾ ਹੈ ਯੂਨਾਨੀ ਦਾ ਲਫ਼ਜ਼ ਜੋ ਅਸੀਂ ਵੇਖਨੇ ਆ ਰੋਮੀਆ ਪਹਿਲੇ ਦੇ 21 'ਚ ਕਿ ਖੁਦਾ ਨੂੰ ਇੱਜ਼ਤ ਜਲਾਲ ਦੇਣਾ, ਉਹ ਹੈ ਡੋਕਸਾ ਲਫ਼ਜ਼ ਯੂਨਾਨੀ 'ਚ। ਤੇ ਅਸੀਂ ਵੇਖਣਾ ਪਹਿਲੀ ਗੱਲ, ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ 'ਚ ਜੋ ਵੈਲਿਊਜ਼ ਨੇ, ਜਿਹੜੀਆਂ ਸ਼ੈਵਾਂ ਨੂੰ ਤੁਸੀਂ ਕੀਮਤੀ ਜਾਣਦੇ ਉਹ ਬੈਲੈਂਸ 'ਚ ਨਹੀਂ ਹੈ, ਉਹ ਖੁਦਾ ਦੇ ਵੈਲਿਊਜ਼ ਦੇ ਮੁਤਾਬਿਕ ਨਹੀਂ ਹੈ। ਜੋ ਸ਼ੈਵਾਂ ਖੁਦਾ ਕੀਮਤੀ ਜਾਣਦਾ ਹੈ, ਅਗਰ ਤੁਸੀਂ ਉਹਨਾਂ ਨੂੰ ਨਹੀਂ ਕੀਮਤੀ ਜਾਣਦੇ ਤੇ ਫਿਰ ਪਹਿਲੀ ਗੱਲ ਪਹਿਚਾਨੋ ਖੁਦਾ ਦੇ ਸਾਹਮਣੇ, ਤੇ ਦੂਜੀ ਗੱਲ ਖੁਦਾ ਦੇ ਸਾਹਮਣੇ ਰੱਖੋ। ਪਹਿਚਾਨੋ ਤੇ ਖੁਦਾ ਦੇ ਸਾਹਮਣੇ ਰੱਖੋ। ਤੇ ਮੈਂ ਰੱਖਿਆ ਸੀ ਖੁਦਾ ਦੇ ਸਾਹਮਣੇ ਕਿ ਖੁਦਾ ਇਹ ਜੋ ਜਿਸਮਾਨੀ ਸਫਾਈ ਹੈ ਇਹ ਬਹੁਤ ਜ਼ਰੂਰੀ ਹੈ ਹਨਾ, ਲੇਕਿਨ ਮੈਂ ਇਹਨੂੰ ਥੋੜਾ ਜ਼ਿਆਦਾ ਕੀਮਤੀ ਜਾਣਨਾ, ਹੱਦ ਤੋਂ ਜ਼ਿਆਦਾ, ਕਿਉਂਕਿ ਅਗਰ ਮੈਨੂੰ ਰੋਕਣ ਡਿਆ ਲੋਕਾਂ ਨੂੰ ਇੱਜ਼ਤ ਦੇਣ ਤੋਂ, ਮੈਨੂੰ ਰੋਕਣ ਡਿਆ ਲੋਕਾਂ ਤੋਂ ਪਿਆਰ ਵਿਖਾਉਣ ਤੋਂ, ਮੈਨੂੰ ਰੋਕਣ ਡਿਆ, ਇਹਦਾ ਮਤਲਬ ਕਿ ਮੈਂ ਹੱਦ ਤੋਂ ਜ਼ਿਆਦਾ ਉਸ ਸ਼ੈ ਨੂੰ ਕੀਮਤੀ ਸਮਝ ਰਿਹਾ। ਤੇ ਮੈਂ ਖੁਦਾ ਦੇ ਸਾਹਮਣੇ ਇਹ ਵੀ ਰੱਖਿਆ ਕਿ ਖੁਦਾ ਹਨਾ ਸਾਡੀ ਜੋ ਜਿਸਮਾਨੀ ਸਿਹਤ ਹੈ ਇਹ ਇੰਪੋਰਟੈਂਟ ਹੈ, ਖਿਆਲ ਇਹਦੀ ਸਿਹਤ ਨੂੰ ਮੇਨਟੇਨ ਕਰਨੀ ਚਾਹੀਦੀ ਹੈ, ਐਕਸਰਸਾਈਜ਼ ਕਰਨਾ ਜ਼ਰੂਰੀ ਹੈ, ਲੇਕਿਨ ਇਹ ਖੁਦਾ ਮੈਂ ਹੱਦ ਤੋਂ ਜ਼ਿਆਦਾ ਇਹਨੂੰ ਕੀਮਤੀ ਸਮਝਦਾ। ਤੇ ਖੁਦਾ ਦੇ ਸਾਹਮਣੇ ਰੱਖੋ ਇਸ ਸ਼ੈ ਨੂੰ ਤੇ ਉਹਨੂੰ ਆਖੋ ਹੈਲਪ ਲਈ ਕਿ ਖੁਦਾ ਇਹ ਮੈਂ ਇੰਨਾ ਕੀਮਤੀ ਨਹੀਂ ਜਾਣਨਾ ਚਾਹੁੰਦਾ, ਮੇਰੀ ਹੈਲਪ ਕਰੋ। ਤੇ ਤੀਜੀ ਗੱਲ, ਜਿਵੇਂ ਲਾਡੀ ਭਾਈ ਨੂੰ ਯਾਦ ਹੋਏਗਾ ਅਸਾਂ ਜੋ ਇਹ ਗੱਲਾਂ ਕੀਤੀਆਂ ਸਨ ਬਾਈਬਲ ਸਟੱਡੀ 'ਚ, ਤੁਹਾਨੂੰ ਯਾਦ ਹੈ ਪੌਲੁਸ ਰਸੂਲ ਕਿਸ ਸ਼ੈ ਨੂੰ, ਇੱਕ ਕਿਹੜੀ ਸ਼ੈ ਨੂੰ ਕੂੜਾ ਸਮਝਦਾ ਸੀ, ਯਾਦ ਹੈ? ਉਹ ਹਰ ਇੱਕ ਚੀਜ਼ ਨੂੰ ਕੂੜਾ ਸਮਝਦਾ ਸੀ ਪਰਮੇਸ਼ਵਰ ਦੇ ਅੱਗੇ। ਹਰ ਇੱਕ ਸ਼ੈ ਨੂੰ ਨਹੀਂ, ਲੇਕਿਨ ਫਿਲਿਪੀਆਂ 3 ਅਧਿਆਇ 'ਚ ਹੈ, ਉਹ ਕਹਿੰਦਾ ਕਿ ਜੋ ਪਹਿਲਾਂ ਸ਼ੈਵਾਂ ਨੂੰ ਮੈਂ ਬਹੁਤ ਕੀਮਤੀ ਜਾਣਦਾ ਸੀ, ਜੋ ਦੁਨੀਆ ਦੀ ਨਜ਼ਰ 'ਚ ਬਹੁਤ ਅੱਛੀ ਸ਼ੈਵਾਂ ਨੇ ਹਨਾ, ਗੱਲ ਕਰਨ ਦੇ ਕਿ ਉਹਦੇ ਕੋਲ ਜੋ ਹਨਾ ਉਹ ਜੋ ਇਬਰਾਨੀ ਸੀ, ਉਹ ਇੱਕ ਫਰੀਸੀ ਸੀ, ਉਹ ਇੰਨਾ ਪੜ੍ਹਿਆ ਲਿਖਿਆ ਸੀ, ਕਹਿੰਦੇ ਕਿ ਇਹ ਸ਼ੈਵਾਂ ਮੈਂ ਬਹੁਤ ਕੀਮਤੀ ਪਹਿਲਾਂ ਜਾਣਦਾ ਸੀ, ਲੇਕਿਨ ਕਹਿੰਦੇ ਹੁਣ ਮੈਂ ਇਹਨਾਂ ਨੂੰ ਕੂੜਾ, ਇੰਗਲਿਸ਼ 'ਚ ਹੈ ਰਬਿਸ਼ ਸਮਝਣਾ। ਖੁਦਾ ਦੇ ਮੁਕਾਬਲੇ 'ਚ, ਯਸੂ ਦੇ ਮੁਕਾਬਲੇ 'ਚ ਇਹਨਾਂ ਨੂੰ ਮੈਂ ਕੂੜਾ ਸਮਝਣਾ। ਇੰਜੇ ਹੀ ਜੋ ਸ਼ੈਵਾਂ ਨੇ ਖੁਦਾ ਦੇ ਇਲਾਵਾ ਹਨਾ, ਜੋ ਸ਼ੈਵਾਂ ਖੁਦਾ ਉਹਨਾਂ ਨੂੰ ਨਹੀਂ ਕੀਮਤੀ ਜਾਣਦਾ, ਉਹਨਾਂ ਨੂੰ ਕਹੋ ਖੁਦਾ ਦੇ ਸਾਹਮਣੇ ਰੱਖੋ ਤੇ ਆਖੋ ਖੁਦਾ
है ना, जिस्मान बदनी सफाई वो ठीक है ज़रूरी है, लेकिन ये ਤੁਹਾਡੇ ਕੰਮ ਤੁਹਾਡੀ ਮਰਜ਼ੀ ਦੇ ਮੁਤਾबिक ਇਹ ਕੁਝ ਵੀ ਨਹੀਂ ਹੈ। ਅਗਰ ਤੁਹਾਡੀ ਮਰਜ਼ੀ ਹੈ ਕਿ ਮੈਂ ਇੱਕ ਕੋੜੀ ਨੂੰ ਗਲੇ ਲਾਵਾਂ, ਮੈਂ ਕਰਾਂਗਾ ਤੁਹਾਡੀ ਮਰਜ਼ੀ ਨਾ। ਤੇ ਖੁਦਾ ਦੇ ਸਾਹਮਣੇ ਇਸ ਗੱਲ ਨੂੰ ਵੀ ਮੈਂ ਖੁਦਾ ਦੇ ਸਾਹਮਣੇ ਰੱਖਿਆ ਕਿ ਠੀਕ ਹੈ ਖੁਦਾ ਬਦਨੀ ਸਿਹਤ ਇਹ ਇੰਪੋਰਟੈਂਟ ਹੈ, ਲੇਕਿਨ ਅਗਰ ਤੁਹਾਡੀ ਮਰਜ਼ੀ ਹੈ ਮੈਂ ਕਦੀ ਜਿਮ ਨਾ ਜਾਵਾਂ, ਹੈ ਨਾ, ਮੈਂ ਮੇਰੇ ਕਦੀ ਵੱਡੇ ਮਸਲ ਨਾ ਹੋਣ, ਹੈ ਨਾ, ਚੰਗੀ ਬੋਡੀ ਨਾ ਬਣੇ, ਕੋਈ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਈ। ਉਹ ਇੰਨਾ ਕੀਮਤੀ ਨਹੀਂ ਹੈ। ਇਹ ਬਸ ਥੋੜੇ ਸਾਲਾਂ ਲਈ ਸਿਹਤ ਚੰਗੀ ਹੁੰਦੀ ਤੇ ਫਿਰ ਤੁਸੀਂ ਮਰ ਜਾਂਦੇ ਹੋ। ਤੇ ਅਸਾਂ ਵੇਖਿਆ ਨਾ, ਇੱਥੇ ਅਸੀਂ ਖਤਮ ਕਰਨੇ ਆ। ਅਸਾਂ ਕਾਫੀ ਗੱਲਾਂ ਕੀਤੀਆਂ ਨੇ ਤੇ ਅਸਾਂ ਵੇਖਿਆ ਕਿ ਕਿਹੜੀ ਕਿਉਂ ਕੋਈ ਸ਼ੈਵਾਂ ਸਾਨੂੰ ਦੁੱਖ ਪਹੁੰਚਾਉਂਦੀ ਹੈ, ਇੰਜੇ ਕਿਉਂ ਹੈ ਕਿ ਜੋ ਸ਼ੈਵਾਂ ਦੋ ਲੋਕੀ ਹੋ ਸਕਦੇ ਨੇ ਤੇ ਇੱਕ ਹੀ ਗੱਲ ਉਹਨਾਂ ਦੋਵਾਂ ਨੂੰ ਹੋ ਸਕਦੀ ਹੈ, ਲੇਕਿਨ ਦੂਜਾ ਬਹੁਤ ਗੁੱਸਾ ਹੋ ਉਹਨੂੰ ਆਏਗਾ, ਬਹੁਤ ਨਾਰਾਜ਼ ਹੋਗਾ, ਦੂਜੇ ਨੂੰ ਕੁਝ ਨਹੀਂ ਹੋਗਾ। ਕਿਉਂ? ਫਰਕ ਕਿੱਥੋਂ ਆਉਂਦਾ ਹੈ? ਜੋ ਅਸੀਂ ਕੀਮਤੀ ਸਮਝਨੇ ਆਪਣੀ ਜ਼ਿੰਦਗੀ 'ਚ, ਜੋ ਅਸੀਂ ਬਹੁਤ ਕੀਮਤੀ ਜਾਣਨੇ ਆ, ਬਹੁਤ ਉੱਚਾ ਦਰਜਾ ਜਿਹਨੂੰ ਦਿੰਦੇ ਆ ਆਪਣੀ ਜ਼ਿੰਦਗੀ 'ਚ, ਉਹਦੀ ਵਜ੍ਹਾ ਤੋਂ ਹੈ ਫਰਕ। ਪੁੱਛੋ ਆਪਣੇ ਆਪ ਨੂੰ, ਜਿਸ ਹਾਲਾਤ ਤੋਂ, ਜਿਸ ਵਜ੍ਹਾ ਤੋਂ ਮੈਨੂੰ ਬਹੁਤ ਗੁੱਸਾ ਆਉਂਦਾ ਜਾਂ ਨਾਰਾਜ਼ ਹਾਂ, ਅਗਰ ਯਸੂ ਦੇ ਨਾਲ ਹੀ ਇਹ ਹੁੰਦਾ, ਉਹਨੂੰ ਵੀ ਇੰਝ ਹੀ ਹੁੰਦਾ। ਤੇ ਜਿਸ ਸ਼ੈ ਨੂੰ ਵੇਖ ਕੇ ਮੈਨੂੰ ਨਹੀਂ ਗੁੱਸਾ ਆਉਂਦਾ, ਹੈ ਨਾ, ਜੋ ਇਹ ਬੇਇਨਸਾਫੀ ਹੁੰਦੀ ਹੈ, ਇਹ ਮੈਨੂੰ ਕੁਝ ਨਹੀਂ ਹੁੰਦਾ ਇੱਥੋਂ, ਹੈ ਨਾ। ਅਗਰ ਯਸੂ ਵੇਖਦਾ, ਉਹਨੂੰ ਕੀ ਹੁੰਦਾ ਕਿ ਉਹ ਵੀ ਤੁਹਾਡੀ ਤਰ੍ਹਾਂ ਬਸ ਪੂਰੇ ਹਟ ਜਾਂਦਾ, ਹੈ ਨਾ, ਮੁੜ ਜਾਂਦਾ ਕੁਝ ਸੋਚੇ ਬਗੈਰ, ਹੈ ਨਾ। ਜਿਵੇਂ ਅਗਲੇ ਥੋੜੇ ਪਿਛਲੇ ਮਹੀਨੇ, ਥੋੜੇ ਹਫ਼ਤੇ ਪਹਿਲਾਂ ਉਹ ਪ੍ਰੋਟੈਸਟ ਅਸਾਂ ਕੀਤਾ ਸੀ ਵਾਲਸੌਲ 'ਚ, ਇਹ ਜੋ ਆਰਜ਼ੂ ਰਾਜਾ ਦਾ ਕੇਸ ਹੋਇਆ ਸੀ, ਉਹ ਕੁੜੀ ਮਸੀਹੀ ਕੁੜੀ ਜਿਨ ਕਿਡਨੈਪ ਹੋ ਗਈ ਸੀ ਪਾਕਿਸਤਾਨ 'ਚ, 14 ਸਾਲ ਦੀ, ਹੈ ਨਾ। ਤੇ ਮੈਨੂੰ ਬਹੁਤ ਗੁੱਸਾ ਆਇਆ, ਮੈਂ ਕਾਫੀ ਡਿਸਟਰਬ ਹੋ ਗਿਆ ਸੀ, ਹੈ ਨਾ। ਤੇ ਅਸੀਂ ਪ੍ਰੋਟੈਸਟ 'ਚ ਆਏ ਸੀ ਕਾਫੀ ਲੋਕੀ, ਤੇ ਕਿਉਂ ਸਾਨੂੰ ਗੁੱਸਾ ਆਇਆ ਸੀ? ਕਿਉਂ ਅਸੀਂ ਨਾਰਾਜ਼ ਸੀ? ਕਿਉਂ ਸਾਨੂੰ ਗੁੱਸਾ ਆਇਆ ਸੀ? ਕਿਉਂਕਿ ਲੋਕਾਂ ਨਾਲ ਪਿਆਰ, ਨਾ, ਕਿਉਂਕਿ ਅਸਾਂ ਇਸ ਸ਼ੈ ਨੂੰ ਉੱਚਾ ਦਰਜਾ ਦਿੱਤਾ ਸੀ ਆਪਣੀ ਜ਼ਿੰਦਗੀ 'ਚ। ਤੇ ਅਗਰ ਯਸੂ ਸਾਨੂੰ ਇਸ ਦੁਨੀਆ 'ਚ ਆਉਂਦਾ, ਉਹ ਵੀ ਖੁਸ਼ ਨਹੀਂ ਹੁੰਦਾ, ਉਹਨੂੰ ਵੀ ਗੁੱਸਾ ਆਉਂਦਾ ਇਸ ਸ਼ੈ ਤੋਂ। ਤੇ ਅਸਾਂ ਵੇਖਿਆ ਸੀ ਕਿ ਯਸੂ ਉਹ ਪਰਸਨਲ ਜੋ ਅਟੈਕਸ ਹੁੰਦੇ ਨੇ, ਜੋ ਲੋਕਾਂ ਦੀ ਗੱਲਾਂ, ਉਸ ਤੋਂ ਨਹੀਂ ਉਹਨੂੰ ਗੁੱਸਾ ਆਉਂਦਾ ਸੀ, ਲੇਕਿਨ ਜਦੋਂ ਖੁਦਾ ਦੀ ਇੱਜ਼ਤ ਦੇ ਖਿਲਾਫ ਕੁਝ ਹੁੰਦਾ ਸੀ ਜਾਂ ਲੋਕਾਂ ਦੇ ਖਿਲਾਫ ਨਾ ਬੇਇਨਸਾਫੀ ਹੁੰਦੀ ਸੀ, ਉਸ ਤੋਂ ਯਸੂ ਨੂੰ ਗੁੱਸਾ ਆਉਂਦਾ ਸੀ। ਤੇ ਜੋ ਜਿਸ ਸ਼ੈ ਨੂੰ ਅਸੀਂ ਕੀਮਤੀ ਸਮਝਦੇ ਹਾਂ, ਕੀਮਤੀ ਜਾਣਦੇ ਹਾਂ, ਕੀਮਤੀ ਰੱਖਦੇ ਹਾਂ, ਉਹ ਸਾਡੇ ਹੱਥ 'ਚ ਹੈ, ਸਾਡੀ ਮਰਜ਼ੀ ਹੈ। ਤੇ ਅਗਰ ਤੁਸੀਂ ਪਹਿਚਾਣਦੇ ਹੋ ਕਿ ਤੁਹਾਡੇ ਜੋ ਵੈਲਿਊਜ਼ ਨੇ, ਜਿਹੜੀਆਂ ਸ਼ੈਵਾਂ ਨੂੰ ਤੁਸੀਂ ਉੱਚਾ ਦਰਜਾ ਦਿੰਦੇ ਹੋ, ਉਹ ਬੈਲੈਂਸ 'ਚ ਨਹੀਂ ਹਨ, ਖੁਦਾ ਦੇ ਨਾਲ ਮੈਚ ਨਹੀਂ ਕਰਦੀਆਂ, ਪਹਿਲੀ ਗੱਲ ਹੈ ਪਹਿਚਾਨੋ ਇਹ ਗੱਲ। ਇਹ ਬਹੁਤ ਜ਼ਰੂਰੀ ਸਟੈਪ ਹੈ। ਅਗਰ ਤੁਸੀਂ ਨਹੀਂ ਪਹਿਚਾਣਦੇ, ਤੁਸੀਂ ਨਹੀਂ ਮੰਨਦੇ, ਤੇ ਫਿਰ ਅੱਗੇ ਨਹੀਂ ਵੱਧ ਸਕਦੇ। ਪਹਿਲੀ ਗੱਲ ਹੈ ਮੰਨੋ ਕਿ ਹਾਂ ਖੁਦਾ ਇਹਨੂੰ, ਇਸ ਸ਼ੈ ਨੂੰ ਮੈਂ ਕੀਮਤੀ ਨਹੀਂ ਸਮਝਦਾ, ਮੈਨੂੰ ਹੋਰ ਕੀਮਤੀ ਸਮਝਣਾ ਚਾਹੀਦਾ ਇਸ ਸ਼ੈ ਨੂੰ। ਮੰਨੋ, ਖੁਦਾ ਦੇ ਸਾਹਮਣੇ ਰੱਖੋ ਦੁਆ 'ਚ, ਤੇ ਫਿਰ ਅਗਰ ਕੋਈ ਸ਼ੈ ਹੈ ਜਿਹਨੂੰ ਤੁਸੀਂ ਜ਼ਿਆਦਾ, ਹੱਦ ਤੋਂ ਜ਼ਿਆਦਾ ਕੀਮਤੀ ਸਮਝਦੇ ਹੋ, ਉਹਨੂੰ ਥੱਲੇ ਲੈ ਕੇ ਆਓ। ਜਿਵੇਂ ਯਸੂ ਰਸੂਲ ਕਹਿੰਦਾ, ਮੈਂ ਕੂੜਾ ਸਮਝਣਾ ਹਾਂ ਉਹ ਸ਼ੈਵਾਂ ਨੂੰ, ਤੁਸੀਂ ਵੀ ਆਖੋ ਕਿ ਇਹ ਜ਼ਰੂਰੀ ਨਹੀਂ ਸ਼ੈ, ਇਹ ਬਹੁਤ ਕੀਮਤੀ ਸ਼ੈ ਨਹੀਂ ਹੈ। ਸ਼ਾਇਦ ਤੁਹਾਡੇ ਕਲਾਮ ਪੜ੍ਹਨ ਦਾ ਸ਼ੌਕ ਨਹੀਂ ਹੈ, ਨਾ, ਤੁਸੀਂ ਉਹਨੂੰ ਹੋਰ ਕੀਮਤੀ ਜਾਣਨਾ ਚਾਹੀਦਾ ਹੈ, ਲੇਕਿਨ ਨਹੀਂ ਜਾਣਦੇ। ਅਗਰ ਇੰਜੇ ਹੈ ਪ੍ਰੋਬਲਮ, ਤੇ ਫਿਰ ਉਹਨੂੰ ਉੱਚਾ ਹੋਰ ਕਰੋ, ਉਹਨੂੰ ਕਹੋ ਕਿ ਹਾਂ ਇਹ ਖੁਦਾ, ਇਹ ਕਲਾਮ ਦਾ ਮੈਂ ਸ਼ੁਕਰ ਕਰਦੇ ਜਾਓ ਖੁਦਾ ਦਾ ਕਲਾਮ ਲਈ। ਕਹੋ ਕਿ ਇਹ ਖੁਦਾ, ਇਹ ਤੁਹਾਡੇ ਮੂੰਹ ਦੀ ਗੱਲਾਂ ਨੇ, ਇਹ ਜ਼ਿੰਦਾ ਹੈ ਨਾ, ਇਹ ਬੰਦ ਤੇ ਗੁਦੇ ਨੂੰ ਅਲੱਗ ਕਰ ਦਿੰਦਾ ਹੈ, ਇਹ ਸ਼ਹਿਦ ਤੋਂ ਵੀ ਮਿੱਠਾ ਹੈ, ਇਹ ਚਾਂਦੀ ਤੋਂ ਵੀ ਹੋਰ ਕੁੰਦਨ ਹੈ। ਇੰਜੇ ਕਰੋ।
ਤੇ ਉਮੀਦ ਹੈ ਕਿ ਸਾਨੂੰ ਸਮਝ ਆਏ ਖੁਦਾ ਨੇ ਸਾਡੇ ਨਾਲ ਅਲੱਗ-ਅਲੱਗ ਸਾਡੇ ਨਾਲ ਖੁਦਾ ਨੇ ਗੱਲਬਾਤ ਕੀਤੀਆਂ ਨੇ। ਖੁਦਾ ਨੇ ਸ਼ਾਇਦ ਤੁਹਾਨੂੰ ਵਿਖਾਇਆ ਕਿ ਕੋਈ ਸ਼ੈ ਜੋ ਬੈਲੈਂਸ 'ਚ ਨਹੀਂ ਹੈ ਤੁਹਾਡੀ ਜ਼ਿੰਦਗੀ 'ਚ। ਅਗਰ ਅਸੀਂ ਲਾਵਾਂਗੇ ਬੈਲੈਂਸ 'ਚ, ਅਸੀਂ ਵੇਖਾਂਗੇ ਸਾਡੀ ਮਸੀਹੀ ਜੀਵਨ ਅਸੀਂ ਬਹੁਤ ਅੱਗੇ ਵਧਾਂਗੇ। ਸਹੀ। ਅਸੀਂ ਇੱਕ ਆਖਰੀ ਦੁਆ ਕਰਨੇ ਆ ਕਿ ਜੋ ਅਸੀਂ ਸ਼ੈਵਾਂ ਬਸ ਇੱਕ ਜਨਰਲ ਦੁਆ ਤੇ ਨਾਲੇ ਜੋ ਅਸਾਂ ਸ਼ੈਵਾਂ ਸੁਣੀਆਂ ਨੇ, ਜੋ ਖੁਦਾ ਨੇ ਸਾਡੇ ਨਾਲ ਗੱਲ ਕੀਤੀ ਹੈ, ਉਹ ਅਸੀਂ ਲਾਗੂ ਵੀ ਕਰੀਏ। ममा ਤੁਸੀਂ एक आखिरी दुआ कर सकते हो? आसमानी बाप तेरा शुक्र करते हैं सारे दिन के लिए और आज की इस मीटिंग के लिए सब जाने